ਹਾਲੇਲੂਇਆ ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਵਰ ਦੀ ਪਵਿੱਤਰ ਹਜ਼ੂਰੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅਗਰ ਤੁਸੀਂ ਖੁਸ਼ ਹੋ ਤਾਂ ਪਰਮੇਸ਼ਵਰ ਦਾ ਧੰਨਵਾਦ ਕਰੋ। ਜੇ ਖੁਦਾ ਨੇ ਤੁਹਾਨੂੰ ਆਨੰਦਿਤ ਰੱਖਿਆ ਹੈ ਤਾਂ ਪਰਮੇਸ਼ਵਰ ਦਾ ਧੰਨਵਾਦ ਕਰੋ, ਕਿਉਂਕਿ ਉਹ ਜ਼ਿੰਦਾ ਖੁਦਾ ਸਾਡੇ ਨਾਲ ਹੈ। ਆਮੇਨ। ਇਹ ਧੰਨਵਾਦ ਨਹੀਂ ਹੈ। ਜਦੋਂ ਅਸੀਂ ਪਰਮੇਸ਼ਵਰ ਦੀਆਂ ਭਲਾਈਆਂ ਨੂੰ ਯਾਦ ਕਰਦੇ ਹਾਂ, ਜਦੋਂ ਅਸੀਂ ਬੀਤੇ ਕੰਮਾਂ ਨੂੰ ਯਾਦ ਕਰਦੇ ਹਾਂ, ਜਦੋਂ ਆਪਣੀ ਲਾਈਫ ਦੇ ਪਿੱਛੇ ਦੇਖਦੇ ਹਾਂ, ਪਰਮੇਸ਼ਵਰ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਹੈ। ਹਾਲੇਲੂਇਆ ਹਾਲੇਲੂਇਆ। ਅੱਜ ਦਾ ਵਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜੋ ਪਰਮੇਸ਼ਵਰ ਦੀ ਕਿਰਪਾ ਹੈ ਉਹ ਸਾਡੇ ਉੱਤੇ ਹੋ ਚੁੱਕੀ ਹੈ। ਬੋਲੋ ਆਮੇਨ। ਹਾਲੇਲੂਇਆ। ਜੇ ਪਰਮੇਸ਼ਵਰ ਦੀ ਕਿਰਪਾ ਨਾ ਹੁੰਦੀ ਤਾਂ ਤੁਸੀਂ ਇਸ ਜਗ੍ਹਾ ਤੇ ਮੌਜੂਦ ਨਾ ਹੁੰਦੇ। ਗ੍ਰੇਸ ਹੈ ਖੁਦਾਬੰਦੀ, ਇੱਕ ਗ੍ਰੇਸ ਹੈ ਖੁਦਾਬੰਦੀ ਕਿ ਅਸੀਂ ਉਹਦੀ ਹਜ਼ੂਰੀ ਵਿੱਚ, ਉਹਦੀ ਪ੍ਰੈਜ਼ੈਂਸ ਵਿੱਚ ਮੌਜੂਦ ਹਾਂ, ਉਹਦੀ ਆਰਾਧਨਾ ਕਰ ਰਹੇ ਹਾਂ, ਸਤੁਤੀ ਕਰ ਰਹੇ ਹਾਂ, ਪਰਮੇਸ਼ਵਰ ਦੇ ਵਚਨ ਨੂੰ ਗ੍ਰਹਿਣ ਕਰ ਰਹੇ ਹਾਂ। ਲੇਕਿਨ ਪੂਰਾ ਸੰਸਾਰ ਆਪਣੇ ਕੰਮਾਂ ਵਿੱਚ ਵਿਅਸਤ ਹੋਇਆ ਪਿਆ ਹੈ। ਬਾਈਬਲ 'ਚ ਲਿਖਿਆ, ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਬੱਦਲਾਂ ਤੇ ਆਉਣਾ ਹੈ, ਜਿਸ ਤਰ੍ਹਾਂ ਲੋਕ ਮੈਰਿਜ ਕਰਦੇ ਉਸੇ ਤਰ੍ਹਾਂ ਮੈਰਿਜ ਹੁੰਦੀ ਰਹੇਗੀ। ਜਿਸ ਤਰ੍ਹਾਂ ਲੋਕ ਘਰ ਬਣਾਉਂਦੇ ਹਨ ਉਸੇ ਤਰ੍ਹਾਂ ਘਰ ਬਣਾਉਂਦੇ ਰਹਿਣਗੇ। ਜਿਹੜੇ ਲੋਕ ਕੰਮਾਂ ਵਿੱਚ ਗੁਆਚੇ ਹੋਏ ਹਨ ਉਹ ਆਪਣੇ ਕੰਮਾਂ ਵਿੱਚ ਗੁਆਚੇ ਰਹਿਣਗੇ। ਲੇਕਿਨ ਅਚਾਨਕ ਸਾਡਾ ਪਰਮੇਸ਼ਵਰ ਯੀਸ਼ੂ ਮਸੀਹ ਬੱਦਲਾਂ ਦੇ ਉੱਤੇ ਆ ਜਾਏਗਾ। ਬਾਈਬਲ 'ਚ ਲਿਖਿਆ, ਹਰ ਇੱਕ ਅੱਖ ਉਸ ਨੂੰ ਦੇਖੇਗੀ, ਹਰ ਇੱਕ ਅੱਖ ਉਸ ਨੂੰ ਦੇਖੇਗੀ। ਔਰ ਜਿਨ੍ਹਾਂ ਲੋਕਾਂ ਨੇ ਉਹਨੂੰ ਭੇਜਿਆ ਸੀ ਉਹ ਲੋਕ ਵੀ ਉਹਨੂੰ ਦੇਖਣਗੇ, ਕਿਉਂਕਿ ਹਰ ਇੱਕ ਵਿਅਕਤੀ ਉਹਨੂੰ ਦੇਖੇਗਾ। ਔਰ ਉਸ ਦਿਨ ਲੋਕ ਛਾਤੀਆਂ ਪਿੱਟਣਗੇ, ਪ੍ਰਭੂ ਅਸੀਂ ਤੇਰੇ ਨਾਂ ਨੂੰ ਨਹੀਂ ਜਾਣਿਆ। ਤਾਂ ਪਰਮੇਸ਼ਵਰ ਤੁਹਾਨੂੰ ਦੱਸੇਗਾ ਕਿ ਉਸ ਵਿਅਕਤੀ ਨੇ ਤੁਹਾਨੂੰ ਦੱਸਿਆ ਸੀ। ਹਾਲੇਲੂਇਆ ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ, ਜੇ ਅਸੀਂ ਯਹੋਨਾ ਦੀ ਅੰਜੀਲ ਨੂੰ ਦੇਖੀਏ, ਯਹੋਨਾ ਦੀ ਅੰਜੀਲ 1 ਅਧਿਆਇ ਦੀ 1 ਤੇ 2 ਆਇਤ ਲਿਖਿਆ, आदि में वचन था और वचन परमेश्वर के साथ था और वचन परमेश्वर था, यही आदि में परमेश्वर के साथ था। सब कुछ उसी के द्वारा उत्पन्न हुआ और जो कुछ उत्पन्न हुआ उसमें से कोई भी वस्तु उसके बिना उत्पन्न नहीं हुई। उसमें जीवन था, वह जीवन मनुष्यों की ज्योति था। ज्योति अंधकार में चमकती और अंधकार ने उसे ग्रहण न किया। वचन च लिखिया, ਆਦ ਵਿੱਚ ਪਰਮੇਸ਼ਵਰ ਦਾ ਸ਼ਬਦ ਸੀ ਔਰ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਔਰ ਸ਼ਬਦ ਹੀ ਪਰਮੇਸ਼ਵਰ ਹੈ। ਬੋਲੋ ਆਮੇਨ ਆਮੇਨ। ਉਹ ਸ਼ਬਦ ਪਰਮੇਸ਼ਵਰ ਹੈ ਜੋ ਸਾਡੇ ਨਾਲ ਹੈ। ਆਮੇਨ। ਜੋ ਸ਼ਬਦ ਪਰਮੇਸ਼ਵਰ ਹੈ ਉਹ ਸਾਡੇ ਨਾਲ ਹੈ। ਜਦੋਂ ਉਹ ਸ਼ਬਦ, ਉਹ ਪਰਮੇਸ਼ਵਰ ਸਾਡੇ ਨਾਲ ਹੈ, ਉਹ ਜ਼ਿੰਦਾ ਖੁਦਾ ਸਾਡੇ ਨਾਲ ਹੈ, ਤੇ ਸਾਨੂੰ ਡਰਨ ਦੀ ਜ਼ਰੂਰਤ नहीं है। आमेन आमेन। उस शब्द साडे नाल है। बाइबल च लिखिया, उदी 14 च लिखिया, उस शब्द देहधारी होया, वो वचन देहधारी होया और वो साडे विच आया। उस वचन ने एक शेप ले लई, एक देह ले लई और वो साडे विच आया और साडे विच रहा। क्यों परमेश्वर ने देह लई? क्यों परमेश्वर साडे विच रहा? क्योंकि वो पूरे समस्त संसार दे लोकां दे पापां नूं और गुनाहां नूं उसने अपने ऊपर ले लिया और सानू आजाद कर दिता। आमेन आमेन। इसलिए बाइबल च लिखिया, उस परमेश्वर ने जगत नाल इन्ना प्रेम किया कि उसने अपना इकलौता पुत्र दे दिता, जो कोई उस पर विश्वास करे वो नाश ना हो बल्कि अनंत जीवन पाए। आमेन आमेन। सब तो इंपॉर्टेंट चीज है अनंत जीवन की है। हालेलुया। वचन च लिखिया, यूहन्ना दी अंजील 3 अध्याय 16 च लिखिया, परमेश्वर ने जगत से ऐसा प्रेम रखा कि उसने अपना इकलौता पुत्र दे दिया, जो कोई उस पर विश्वास करे
वह नष्ट ना हो परंतु अनंत जीवन पाए। आमेन। सब तो इंपॉर्टेंट चीज है आज तुसी समझना है और इस चीज ਨੂੰ ग्रहण करना है। अनंत जीवन किस तरह मिलता है, किस तरह असी अनंत जीवन ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। अनंत जीवन ਨੂੰ ग्रहण ਕਰਨ ਦੇ ਲਈ ਤੁਹਾਡਾ ਨਵਾਂ ਜਨਮ ਹੋਣਾ ਜ਼ਰੂਰੀ ਹੈ। ਹਾਲੇਲੂਇਆ, ਹਾਲੇਲੂਇਆ। ਸੰਸਾਰ ਵਿੱਚ ਲੋਕ ਕਹਿੰਦੇ ਹਨ, ਸੰਸਾਰ ਦੇ ਲੋਕ ਕਹਿੰਦੇ ਹਨ ਕਿ ਤੁਸੀਂ ਜਦੋਂ ਤੁਸੀਂ ਮਰ ਗਏ ਉਸ ਤੋਂ ਬਾਅਦ ਤੁਹਾਡਾ ਇੱਕ ਨਵਾਂ ਜੀਵਨ ਮਿਲੇਗਾ ਤੁਹਾਨੂੰ। मैं कहना हाँ, अगर इंसान मर ही गया तो उस तो बाद उन्होंने की पता की होएगा। जो इंसान मर ही गया, दाऊद लिखता है कि परमेश्वर की मिट्टी तेरा धन्यवाद कर सकती। मुर्दा लोग परमेश्वर की स्तुति कर सकते हैं, मुर्दा व्यक्ति परमेश्वर की आराधना कर सकता है? नहीं कर सकता। इवन देन मुर्दा लोग परमेश्वर की स्तुति नहीं कर सकते। फिर तुहानू नवा जन्म चाहिए है, रीबर्थ। हालेलुया, हालेलुया। लोग कहते हैं पुनर्जीवन, की कहते हैं पुनर्जीवन, मरण तो बाद तुहानू होर जीवन मिलेगा। कई लोग कहते हैं जे तुसी इस जीवन च नहीं किया तो अगले जीवन च कर लियो। माई डियर फ्रेंड्स एंड सिस्टर्स, अगला कोई जीवन है नहीं, अगला कोई जीवन है नहीं। देयर इज नो पुनर्जीवन, कोई अगला पुनर्जीवन नहीं है। इससे जीवन के अंदर तुहानू रीबर्थ लैण की लोड़ है। अगर तुसी बाइबल नू पढ़िया होवे, निकोदेमुस प्रभु यीशु मसीह को आया और निकोदेमुस ने प्रभु यीशु मसीह ने पूछा, प्रभु यीशु मसीह ने पूछा कि हे परमेश्वर, हे गुरु, तू इन चिन्हों को दिखाता है, अगर परमेश्वर साथ ना हो तो दिखा नहीं सकता। यीशु ने उसको उत्तर दिया, मैं तुझसे सच कहता हूं, यदि कोई नए सिरे से ना जन्मे तो परमेश्वर के राज्य को देख नहीं सकता। अगर तुसी नवे सिरे तो बर्थ नहीं लिया, तुहाडा रीबर्थ नहीं होया, तो तुसी परमेश्वर के राज नूं नहीं देख सकते। यीशु मसीह ने निकोदेमुस नूं यह गल कही। निकोदेमुस प्रभु यीशु मसीह नूं आखदा है कि प्रभु हुण तां मैं बुढ़ा हो चुका हां, मैं किद्दां अपनी माता के गर्भ विच दोबारा प्रवेश करा और किस तरह मैं जन्म लवां। प्रभु यीशु मसीह ने कहा, तू गुरु हो के भी यह गल नहीं समझदा, व्यवस्थापक हो के भी यह गल नहीं समझदा कि मैं किस तरह प्रभु मैं नवा जीवन ग्रहण करा, किस तरह मैनू नहीं समझ कि मैं किस तरह नवे जीवन नू पावां। हालेलुया, हालेलुया। किस तरह मैं नवा जीवन ग्रहण करा। प्रभु यीशु मसीह ने उस समय निकोदेमुस को दसिया, अगर कोई व्यक्ति आत्मा और जल तो ना जन्मे, वो नवा जन्म नहीं पा सकता। हालेलुया, हालेलुया। आज मैं अपनी आत्मा च फील कर रहा हां, इन माई स्पिरिट। तुसी लोग आराधना करते हो, जिस व्यक्ति का आत्मा मरिया होया है वो आराधना नहीं कर सकता, वो आराधना नहीं कर सकता। जिस व्यक्ति की आत्मा मरी हुई है वो तुहानू देख सकता है पर वो खुद आराधना नहीं कर सकता। इसलिए प्रभु यीशु मसीह ने कहा कि तुहानू जल ते आत्मा तो नवा जीवन लैण की जरूरत है और तुहाडा इस जीवन के अंदर ही रीबर्थ हो जाता है।
बोलो आमेन, बोलो आमेन। पिछले दिनों में पवित्र आत्मा ने मेरे नाल गल की और पवित्र आत्मा ने मैनू समझाया रीबर्थ की है। व्हाट इज द मीनिंग ऑफ रीबर्थ? लोग सोचते हैं कि ਅਸੀਂ मर जावांगे, मरण तो बाद साडा नवा जीवन होएगा। इस तरह नहीं है। तुहानू इस शरीर विच रहंदे होए ही तुहानू नवा जीवन ग्रहण करना है। आमेन। इस जीवन के अंदर रहंदे होए ही तुहानू नवा जीवन ग्रहण करना है। अगर कोई प्रभु यीशु मसीह ने कहा जे कोई व्यक्ति जल ते आत्मा तो ना जन्मे, जल ते आत्मा तो कौन जीवन दे सकता है? प्रभु यीशु मसीह। प्रभु यीशु मसीह जदों असी विश्वास करते हाँ, जदों असी विश्वास करते हाँ कि प्रभु यीशु मसीह मेरे लिए मर गए, मेरे लिए मुर्दियां विचों जी उठे ते अज भी जिंदा हन, और असी विश्वास करते हाँ। हालेलुया, हालेलुया। जदों असी विश्वास करते हाँ और असी जल ते आत्मा तो नवा जीवन ग्रहण करते हैं। जल ते आत्मा तो, वो आत्मा केड़ा है? पवित्र आत्मा। वो केड़ा आत्मा है? वो केड़ा आत्मा है? दैट इज हॉली स्पिरिट। हालेलुया। वो केड़ा आत्मा है? दैट इज हॉली स्पिरिट। वो पवित्र आत्मा है। और जदों असी पवित्र आत्मा दे द्वारा नवा जन्म लेंदे हाँ तां साडा पुराना मनुख तत्व जांदा रहिंदा है। साडा पुराना मनुख मर जाता है। साडा पुराना जीवन मर जाता है। साडा पुराना स्वभाव मर जाता है। साडा पुराना एटीट्यूड मर जाता है। साडा गुस्सा मर जाता है। साडी ईर्खा मर जाती है। साडा वैर मर जाता है। विरोध मर जाता है। और असी जल के आत्मा तो एक नवा जीवन ग्रहण करते हैं। बोलो आमेन, बोलो आमेन। धरती दे उत्ते बाइबल च लिखा है जदों परमेश्वर ने देखा कि निमरोद एक बाबुल बना रहा है, और परमेश्वर ने देखा निमरोद बाबुल बना रहा है और वो उच्चा आकाश तक पहुंच रहा है, तब परमेश्वर ने थल्ले उतर के उन्होंने भाषा के अंदर गड़बड़ी पैदा कर दी। यहोवा परमेश्वर आप थल्ले आया और यहोवा परमेश्वर ने थल्ले आके उन्होंने भाषा के अंदर गड़बड़ी पैदा कर दी कि वो एक मन होके वो बाबुल नूं ना बनाउण, नहीं तो स्वर्ग तक पहुंच जाएंगे। इसलिए परमेश्वर ने उन्होंने भाषा में गड़बड़ी पैदा की और वो अलग अलग हो गए। वो धरती के उत्ते फैल गए। मनुख जाति धरती के उत्ते फैल गई। हालेलुया। लेकिन वो फैल जरूर गए, उन्होंने जीवन नहीं बदलिया। किसी समय की हुंदा है, एक घर के अंदर लड़ाई है, एक घर के अंदर लड़ाई हो रही है, दो भरा हन आपस में लड़ते हैं और वो कहते असी फैल जावांगे, एक दूजे नूं छड्ड के अलग अलग रवांगे। वो अलग अलग रहन लग पन, पर बुराई नहीं गई उन्होंने जीवना चों। उन्होंने जीवन स्वभाव नहीं गया, गुस्सा नहीं गया, ईर्खा नहीं गई, वैर नहीं गया, विरोध नहीं गया, भावें वो अलग अलग रहन। इसलिए वचन आखदा है कि जे कोई जल ते आत्मा तो ना जन्मे वो परमेश्वर दे राज्य विच प्रवेश नहीं कर सकता। वो परमेश्वर दे राज दे अंदर प्रवेश नहीं कर सकता। जदों असी यीशु मसीह दे नाल मर जांदे हां और असी बपतिस्मा लेंदे हां, असी यीशु मसीह दे नाल मर जांदे हां। ध्यान दे नाल सोच के समझ के हथ खड़ा करना। जिस दिन तुसी बपतिस्मा लिया कि सचमुच तुहाडा स्वभाव उस दिन बदल गया। सचमुच तुहाडा जीवन उस दिन बदल गया। दैट इज रीबर्थ। वो है नवा जीवन कि जिस दिन तुसी बपतिस्मा लिया
ਔਰ ਉਸ ਦਿਨ ਤੁਹਾਡਾ ਪੁਰਾਣਾ ਸੁਭਾਅ ਮਰ ਗਿਆ, ਉਸ ਦਿਨ ਤੁਹਾਡਾ ਪੁਰਾਣਾ ਜੀਵਨ ਮਰ ਗਿਆ ਔਰ ਤੁਸੀਂ ਮਸੀਹ ਦੇ ਨਾਲ ਜੀ ਉੱਠੇ। I died with Jesus, I alive with Jesus। ਮੈਂ ਯੀਸ਼ੂ ਦੇ ਨਾਲ ਮਰ ਗਿਆ ਔਰ ਮੈਂ ਯੀਸ਼ੂ ਦੇ ਨਾਲ ਜੀ ਉੱਠਿਆ। ਮੈਂ ਯੀਸ਼ੂ ਨਾਲ ਮਰ ਗਿਆ। ਕੀ ਸੱਚਮੁੱਚ ਤੁਸੀਂ ਮਰ ਚੁੱਕੇ ਹੋ? ਪਰਮੇਸ਼ਵਰ ਦੇ ਨਾਲ ਚੱਲਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਤੇ ਫੋਕਸ ਕਰਨ ਦੀ ਜ਼ਰੂਰਤ ਹੈ। ਜਦੋਂ ਤੁਸੀਂ ਆਪਣੇ ਤੇ ਫੋਕਸ ਨਹੀਂ ਕਰਦੇ, ਤੁਸੀਂ ਪਰਮੇਸ਼ਵਰ ਦੇ ਵਿੱਚ ਗਰੋ ਨਹੀਂ ਕਰ ਸਕਦੇ, ਕਿਉਂਕਿ ਪਰਮੇਸ਼ਵਰ ਚਾਹੁੰਦਾ ਹੈ। ਕੱਲ ਪਰਮੇਸ਼ਵਰ ਨੇ ਮੈਨੂੰ ਬੋਝ ਦਿੱਤਾ, ਇੱਕ ਬੋਝ ਦਿੱਤਾ, ਹਰ ਇੱਕ ਵਿਅਕਤੀ ਪਵਿੱਤਰ ਆਤਮਾ ਦੇ ਨਾਲ ਗ੍ਰਸਿਤ ਹੋਣਾ ਚਾਹੀਦਾ ਹੈ। ਹਰ ਇੱਕ ਵਿਅਕਤੀ ਪਵਿੱਤਰ ਆਤਮਾ ਦੇ ਨਾਲ ਗ੍ਰਸਿਤ ਹੋਣਾ ਚਾਹੀਦਾ ਹੈ। ਔਰ ਜੇ ਹਰ ਇੱਕ ਵਿਅਕਤੀ ਪਵਿੱਤਰ ਆਤਮਾ ਨਾਲ ਗ੍ਰਸਿਤ ਹੋਏਗਾ ਔਰ ਹਰ ਇੱਕ ਵਿਅਕਤੀ ਅਦਭੁਤ ਤੇ ਅਚੰਭੇ ਕੰਮ ਕਰੇਗਾ। ਲੇਕਿਨ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਮਰਨਾ ਪਏਗਾ। ਤੁਹਾਨੂੰ ਮਰਨਾ ਪਏਗਾ। ਯੂ ਨੀਡ ਅ ਰੀਬਰਥ। ਯੂ ਨੀਡ ਅ ਰੀਬਰਥ। ਤੁਹਾਨੂੰ ਪੁਨਰ ਨਵੇਂ ਜਨਮ ਦੀ ਜ਼ਰੂਰਤ ਹੈ। ਜਿਸ ਦਿਨ ਬਪਤਿਸਮਾ ਲਿਆ ਇਹ ਸੁਰਿੰਦਰ ਮਰ ਚੁੱਕਾ ਸੀ ਔਰ ਇੱਕ ਨਵੇਂ ਸੁਰਿੰਦਰ ਨੇ ਜਨਮ ਲਿਆ ਔਰ ਉਹਦਾ ਪ੍ਰਮਾਣ ਹੈ ਕਿ ਤੁਸੀਂ ਇਸ ਜਗ੍ਹਾ ਤੇ ਮੌਜੂਦ ਹੋ। ਅਗਰ ਤੁਸੀਂ ਰੀਬਰਥ ਲੈ ਲਿਆ ਹੈ, ਤੁਹਾਡੀ ਆਤਮਾ ਦੇ ਅੰਦਰ ਨਵਾਂ ਜਨਮ ਹੋ ਚੁੱਕਾ ਹੈ, ਤਾਂ ਤੁਸੀਂ ਰੂਹਾਂ ਨੂੰ ਬਚਾਉਣ ਵਾਲੇ ਹੋਵੋਗੇ। ਤੁਹਾਡੇ ਅੰਦਰ ਇੱਕ ਬੋਝ ਆਏਗਾ, ਤੁਹਾਡੇ ਅੰਦਰ ਇੱਕ ਦੁੱਖ ਆਏਗਾ, ਤੁਹਾਡੇ ਅੰਦਰ ਇੱਕ ਬੋਝ ਆਏਗਾ ਕਿ ਮੈਂ ਜਾਵਾਂ ਔਰ ਰੂਹਾਂ ਨੂੰ ਬਚਾਵਾਂ, ਕਿਉਂਕਿ ਪਰਮੇਸ਼ਵਰ ਦਾ ਬੋਝ ਤੁਹਾਡੇ ਉੱਤੇ ਆਏਗਾ। ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਆਏਗੀ। ਪਰਮੇਸ਼ਵਰ ਦਾ ਸਾਮਰਥ ਤੁਹਾਡੇ ਉੱਤੇ ਆਏਗੀ। ਪਵਿੱਤਰ ਆਤਮਾ ਤੁਹਾਡੇ ਉੱਤੇ ਆਏਗਾ ਔਰ ਤੁਸੀਂ ਜਾਓਗੇ ਔਰ ਸੁਸਮਾਚਾਰ ਸੁਣਾਓਗੇ ਔਰ ਰੂਹਾਂ ਬਚਾਈਆਂ ਜਾਣਗੀਆਂ। ਬੋਲੋ ਆਮੇਨ। ਯਹੋਨਾ ਦੀ ਅੰਜੀਲ 3 ਅਧਿਆਇ ਦੀ 15 ਆਇਤ ਪੜੋ। ਧਿਆਨ ਦੇ ਨਾਲ ਇਸ ਵਰਸ ਨੂੰ ਪੜੋ ਸਾਰੇ ਜਣੇ। ताकि जो कोई उस पर विश्वास करे वह अनंत जीवन पाए। बोलो, जो कोई उस पर विश्वास करे वह अनंत जीवन पाए। ਕੀ ਤੁਸੀਂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੇ ਹੋ? ਮੈਂ ਤੁਹਾਡੇ ਤੋਂ ਕੁਐਸਚਨ ਪੁੱਛਦਾ ਹਾਂ, ਕੀ ਤੁਸੀਂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੇ ਹੋ? ਹੁਣ ਦੂਸਰਾ ਕੁਐਸਚਨ ਹੈ ਕਿ ਤੁਸੀਂ ਅਨੰਤ ਜੀਵਨ ਵਿੱਚ ਚੱਲ ਰਹੇ ਹੋ? ਜਿਸ ਦਿਨ ਅਸੀਂ ਬਪਤਿਸਮਾ ਲਿਆ, ਸਾਡਾ ਕਦਮ ਅਸੀਂ ਉਸੇ ਦਿਨ ਅਨੰਤ ਜੀਵਨ ਦੇ ਅੰਦਰ ਪੈਰ ਰੱਖ ਦਿੱਤਾ। ਮਤਲਬ ਅਸੀਂ ਧਰਤੀ ਤੇ ਤਾਂ ਹਾਂ, ਪਰ ਸਾਡਾ ਇੱਕ ਪੈਰ ਸਵਰਗ ਦੇ ਅੰਦਰ ਵੀ ਹੈ। ਅਸੀਂ ਸਵਰਗ ਵੱਲ ਵਧ ਰਹੇ ਹਾਂ। ਡੇ ਬਾਈ ਡੇ ਰੋਜ਼ ਅਸੀਂ ਸਵਰਗ ਵੱਲ ਵਧ ਰਹੇ ਹਾਂ। ਅਸੀਂ ਆਪਣੇ ਅਸਲੀ ਘਰ ਵੱਲ ਵਧ ਰਹੇ ਹਾਂ। ਸਾਡਾ ਅਸਲੀ ਘਰ ਸਵਰਗ ਹੈ। ਧਰਤੀ ਉੱਤੇ ਸਾਡਾ ਕੁਝ ਸਮੇਂ ਦਾ ਜੀਵਨ ਹੈ, ਕਿਉਂਕਿ ਜਦੋਂ ਪਰਮੇਸ਼ਵਰ ਨੇ ਮਨੁੱਖਾਂ ਨੂੰ ਫੈਲਾ ਦਿੱਤਾ ਧਰਤੀ ਉੱਤੇ, ਫਿਰ ਪਰਮੇਸ਼ਵਰ ਨੇ ਦੇਖਿਆ ਕਿ ਮਨੁੱਖ ਸਮੱਸਿਆਵਾਂ ਵਧਦੀਆਂ ਗਈਆਂ। ਪਰਮੇਸ਼ਵਰ ਨੇ ਕਿਹਾ ਮੇਰਾ ਆਤਮਾ ਮਨੁੱਖਾਂ ਨਾਲ ਲੋ ਵਿਵਾਦ ਕਰਦਾ ਨਾ ਰਹੇਗਾ। ਇਸ ਲਈ ਪਰਮੇਸ਼ਵਰ ਨੇ, ਯਹੋਵਾ ਨੇ ਧਰਤੀ ਉੱਤੇ ਇੱਕ ਉਮਰ ਠਹਿਰਾ ਦਿੱਤੀ ਕਿ ਮਨੁੱਖ ਦੀ ਉਮਰ 120 ਸਾਲ ਹੋਏਗੀ ਔਰ ਮਨੁੱਖ ਧਰਤੀ ਉੱਤੇ 120 ਸਾਲ ਜਿੰਦਾ ਰਹੇਗਾ। ਉਸ ਤੋਂ ਬਾਅਦ ਕੀ ਹੋਏਗਾ ਉਹਦੇ ਨਾਲ? ਉਸ ਤੋਂ ਬਾਅਦ ਕੀ ਹੋਏਗਾ ਉਹਦੇ ਨਾਲ? ਬਾਈਬਲ 'ਚ ਲਿਖਿਆ, ਅਗਰ ਕੋਈ ਵਿਸ਼ਵਾਸ ਕਰੇ, ਯੀਸ਼ੂ ਮਸੀਹ ਤੇ ਵਿਸ਼ਵਾਸ ਕਰੇ, ਉਹ ਅਨੰਤ ਜੀਵਨ ਨੂੰ ਪ੍ਰਾਪਤ ਕਰੇਗਾ। ਔਰ ਅਸੀਂ ਜਦੋਂ ਬਪਤਿਸਮਾ ਲਿਆ, ਉਸੇ ਦਿਨ ਅਸੀਂ ਅਨੰਤ ਜੀਵਨ ਦੇ ਅੰਦਰ ਪੈਰ ਰੱਖ ਦਿੱਤਾ। ਅਸੀਂ ਉਸ ਜੀਵਨ ਦੇ ਅੰਦਰ ਪੈਰ ਰੱਖ ਦਿੱਤਾ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਔਰ ਅਸੀਂ ਪਰਮੇਸ਼ਵਰ ਦਾ ਜੀਵਨ ਸਾਡੇ ਅੰਦਰ ਹੈ ਔਰ ਤੁਹਾਡੇ ਅੰਦਰ ਹੈ। ਤੁਹਾਡੇ ਅੰਦਰੋਂ ਪਰਮੇਸ਼ਵਰ ਦਾ ਜੀਵਨ ਪ੍ਰਗਟ ਹੋਣਾ ਚਾਹੀਦਾ ਹੈ। ਬੋਲੋ ਆਮੇਨ, ਬੋਲੋ ਆਮੇਨ। ਸਪੋਜ਼ ਤੁਸੀਂ ਆਪਣੇ ਰੂਮ ਦੇ ਅੰਦਰ ਕਿਸੇ ਪੌਦੇ ਦੇ ਫੁੱਲ ਲੈ ਕੇ ਆਏ। ਸਪੋਜ਼ ਗੁਲਾਬ ਦੇ ਫੁੱਲ ਲਿਆ ਕੇ ਮੈਂ ਆਪਣੇ ਰੂਮ ਦੇ ਅੰਦਰ ਰੱਖੇ ਔਰ ਤੁਸੀਂ ਮੇਰੇ ਰੂਮ ਦੇ ਅੰਦਰ ਆਓਗੇ ਔਰ ਤੁਸੀਂ ਆਣ ਕੇ ਕਹੋਗੇ ਮੈਨੂੰ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਜੇ ਮੈਂ ਗੇਂਦੇ ਦੇ ਫੁੱਲ ਲਿਆ ਕੇ ਰੱਖਾਂ ਤੇ ਤੁਸੀਂ ਕਹੋਗੇ ਮੈਨੂੰ ਉਹਨਾਂ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਤੁਹਾਡੇ ਅੰਦਰ ਜਦੋਂ ਰੀਬਰਥ ਹੋ ਗਿਆ, ਜਦੋਂ ਤੁਸੀਂ ਮਰ ਗਏ, ਤੁਸੀਂ ਇੱਕ ਨਵੇਂ ਜੀਵਨ ਨੂੰ ਗ੍ਰਹਿਣ ਕਰ ਲਿਆ, ਤੁਹਾਡੇ ਅੰਦਰੋਂ ਪਵਿੱਤਰ ਆਤਮਾ ਦੀ ਖੁਸ਼ਬੂ ਆਏਗੀ।
ਤੁਹਾਡੇ ਅੰਦਰੋਂ ਪਵਿੱਤਰ ਆਤਮਾ ਦੀ ਖੁਸ਼ਬੂ ਆਏਗੀ ਔਰ ਉਹ ਪਵਿੱਤਰ ਆਤਮਾ ਤੁਹਾਡੇ ਅੰਦਰੋਂ ਕੰਮ ਕਰੇਗਾ। ਆਮੇਨ, ਆਮੇਨ। ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਕਿ ਸੱਚਮੁੱਚ ਮੈਂ ਬਦਲ ਗਿਆ ਹਾਂ, ਸੱਚਮੁੱਚ ਮੈਂ ਬਦਲ ਗਈ ਹਾਂ। ਪੁੱਛੋ ਆਪਣੇ ਆਪ ਨੂੰ, ਦੇਖੋ ਆਪਣੇ ਵੱਲ ਕਿ ਸੱਚਮੁੱਚ ਤੁਹਾਡਾ ਜੀਵਨ ਪਰਿਵਰਤਿਤ ਹੈ, ਤੁਸੀਂ ਬਦਲ ਚੁੱਕੇ ਹੋ। ਤੁਹਾਡਾ ਬੋਲਣਾ ਬਦਲ ਗਿਆ ਹੈ, ਤੁਹਾਡਾ ਉੱਠਣਾ ਬਦਲ ਗਿਆ ਹੈ, ਤੁਹਾਡਾ ਬੈਠਣਾ ਬਦਲ ਗਿਆ ਹੈ, ਗੱਲ ਕਰਨਾ ਬਦਲ ਗਿਆ ਹੈ, ਤੁਹਾਡਾ ਜੀਵਨ ਬਦਲ ਗਿਆ ਹੈ ਔਰ ਤੁਹਾਡੇ ਦੁਆਰਾ ਲੋਕਾਂ ਦਾ ਜੀਵਨ ਪਰਿਵਰਤਿਤ ਹੋ ਰਿਹਾ ਹੈ ਕਿ ਨਹੀਂ। ਬਾਈਬਲ 'ਚ ਲਿਖਿਆ old thing has been passed away, now you are a new creation। ਪੁਰਾਣੀਆਂ ਗੱਲਾਂ ਬੀਤ ਗਈਆਂ, ਹੁਣ ਤੁਸੀਂ ਮਸੀਹ ਦੇ ਅੰਦਰ ਨਵੀਂ ਸ੍ਰਿਸ਼ਟੀ ਹੋ। are you new creation? ਕੀ ਤੁਸੀਂ ਨਵੀਂ ਸ੍ਰਿਸ਼ਟੀ ਹੋ? ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ, ਤੁਸੀਂ ਨਵੀਂ ਸ੍ਰਿਸ਼ਟੀ ਬਣਨਾ ਹੈ ਔਰ ਨਵੀਂ ਸ੍ਰਿਸ਼ਟੀ ਨਵੀਂ ਕਾਇਨਾਤ ਨੂੰ ਜਨਮ ਦੇ ਸਕਦੀ ਹੈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯੀਸ਼ੂ ਮਸੀਹ ਤੇ ਜਿਸ ਨੇ ਵਿਸ਼ਵਾਸ ਕੀਤਾ ਉਹ ਸਵਰਗ ਦੇ ਅੰਦਰ ਦਾਖਲ ਹੋਇਆ। ਬੋਲੋ ਆਮੇਨ, ਬੋਲੋ ਆਮੇਨ। ਅਗਰ ਤੁਸੀਂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੇ ਹੋ ਤਾਂ ਡੈਫੀਨੇਟਲੀ ਤੁਸੀਂ ਸਵਰਗ ਦੇ ਅੰਦਰ ਜਾਓਗੇ। ਬੋਲੋ ਆਮੇਨ, ਬੋਲੋ ਆਮੇਨ। ਬਾਈਬਲ ਦੇ ਅੰਦਰ ਲਿਖਿਆ ਲੂਕਾ ਦੀ ਪੁਸਤਕ 23 ਅਧਿਆਏ ਉਹਦੀ 39 ਆਇਤ ਤੋਂ ਪੜੋ। जो कुकर्मी वहां लटकाए गए थे उनमें से एक ने उसकी निंदा करके कहा, क्या तू मसीह नहीं? तो फिर अपने आप को और हमें बचा। हाँ जी पढ़ो। इस पर दूसरे ने उसे डांट कर कहा, क्या तू परमेश्वर से भी नहीं डरता? तू भी तो वही दंड पा रहा है और हम तो न्याय अनुसार दंड पा रहे हैं, क्योंकि हम अपने कामों का ठीक फल पा रहे हैं, पर इसने कोई अनुचित काम नहीं किया। तब उसने कहा, हे यीशु, जब तू अपने राज्य में आए तो मेरी सुधि लेना। उसने उससे कहा, मैं तुझसे सच कहता हूं कि आज ही तू मेरे साथ स्वर्ग लोक में होगा। हालेलुया। ਜਦੋਂ ਪ੍ਰਭੂ ਯੀਸ਼ੂ ਮਸੀਹ ਕਲਵਰੀ ਕ੍ਰਾਸ ਦੇ ਉੱਤੇ ਚੜਾਏ ਗਏ ਤੇ ਪ੍ਰਭੂ ਯੀਸ਼ੂ ਮਸੀਹ ਦੇ ਸੱਜੇ ਔਰ ਖੱਬੇ ਦੋ ਡਾਕੂ ਟੰਗੇ ਗਏ। ਇੱਕ ਡਾਕੂ ਪ੍ਰਭੂ ਨੂੰ ਕਹਿੰਦਾ ਹੈ, ਜੇ ਤੂੰ ਮਸੀਹ ਹੈ ਤਾਂ ਆਪ ਵੀ ਉੱਤਰ ਆ ਤੇ ਸਾਨੂੰ ਬਚਾ। ਤੇ ਦੂਸਰਾ ਡਾਕੂ ਕਹਿੰਦਾ ਹੈ, ਨਹੀਂ ਪ੍ਰਭੂ, ਕਹਿੰਦਾ ਚੁੱਪ ਕਰ, ਅਸੀਂ ਤਾਂ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਹਾਂ, ਅਸੀਂ ਤਾਂ ਆਪਣੇ ਪਾਪਾਂ ਦੀ ਸਜ਼ਾ ਭੁਗਤ ਰਹੇ ਹਾਂ, ਲੇਕਿਨ ਪ੍ਰਭੂ ਨੇ ਕੋਈ ਪਾਪ ਨਹੀਂ ਕੀਤਾ, ਪ੍ਰਭੂ ਨੇ ਕੋਈ ਗੁਨਾਹ ਨਹੀਂ ਕੀਤਾ। ਉਹ ਡਾਕੂ ਕਹਿੰਦਾ ਹੈ, ਪ੍ਰਭੂ ਜੇ ਤੂੰ ਆਪਣੇ ਰਾਜ ਵਿੱਚ ਆਏ ਤਾਂ ਮੈਨੂੰ ਯਾਦ ਕਰੀ, ਮੇਰੀ ਸੁਧੀ ਲਵੀਂ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਅੱਜ ਹੀ ਤੂੰ ਮੇਰੇ ਨਾਲ ਸਵਰਗ ਲੋਕ ਵਿੱਚ ਹੋਏਗਾ, ਅੱਜ ਹੀ ਤੂੰ ਮੇਰੇ ਨਾਲ ਸਵਰਗ ਲੋਕ ਵਿੱਚ ਹੋਏਗਾ। ਇਹ ਹੈ ਅਨੰਤ ਜੀਵਨ। ਅਨੰਤ ਜੀਵਨ ਕੀ ਹੈ ਕਿ ਅਸੀਂ ਧਰਤੀ ਤੇ ਰਹਿੰਦੇ ਹੋਏ ਸਵਰਗ ਨੂੰ ਪਾ ਲਿਆ ਹੈ, ਲੇਕਿਨ ਧਰਤੀ ਉੱਤੇ ਰਹਿੰਦੇ ਹੋਏ ਅਸੀਂ ਸਵਰਗ ਨੂੰ ਤਾਂ ਪਾ ਲਿਆ ਹੈ ਜੇ ਸਾਡਾ ਪਹਿਲਾ ਜੀਵਨ ਮਰ ਚੁੱਕਾ ਹੈ। ਜੇ ਪਹਿਲਾ ਗੌਰਵ ਮਰ ਚੁੱਕਾ ਹੈ ਔਰ ਨਵੇਂ ਗੌਰਵ ਨੇ ਜਨਮ ਲੈ ਲਿਆ ਹੈ, ਜੇ ਪਹਿਲਾ ਮਨਦੀਪ ਮਰ ਚੁੱਕਾ ਹੈ ਔਰ ਨਵੇਂ ਮਨਦੀਪ ਨੇ ਜਨਮ ਲੈ ਲਿਆ ਹੈ, ਅਗਰ ਤੁਹਾਡਾ ਪਹਿਲਾ ਸੁਭਾਅ, ਤੁਹਾਡਾ ਪਹਿਲਾ ਕਰੈਕਟਰ, ਤੁਹਾਡਾ ਪਹਿਲਾ ਐਟੀਟਿਊਡ ਮਰ ਚੁੱਕਾ ਹੈ ਔਰ ਤੁਸੀਂ ਨਵੇਂ ਜੀਵਨ ਦੇ ਵਿੱਚ ਖੜੇ ਹੋ ਚੁੱਕੇ ਹੋ ਔਰ ਤੁਹਾਡੇ ਅੰਦਰੋਂ ਪਵਿੱਤਰ ਆਤਮਾ ਦੀ ਖੁਸ਼ਬੂ ਆਏਗੀ। ਹਾਲੇਲੂਇਆ, ਹਾਲੇਲੂਇਆ। ਮੈਂ ਕੱਲ ਇਸ ਵਚਨ ਦੇ ਉੱਤੇ ਗਹਿਰਾਈ ਦੇ ਨਾਲ ਮਨਨ ਕਰ ਰਿਹਾ ਸੀ ਔਰ ਮੈਂ ਮਨਨ ਕਰ ਰਿਹਾ, ਪਰਮੇਸ਼ਵਰ ਦਾ ਆਤਮਾ ਦੱਸਦਾ ਹੈ ਕਿ ਪ੍ਰੋਬਲਮ ਕਿੱਥੇ ਹੈ। ਪ੍ਰੋਬਲਮ ਇੱਥੇ ਹੈ ਕਿ ਲੋਕ ਬਪਤਿਸਮਾ ਲੈਣ ਨੂੰ ਚੁੱਪੀ ਮਾਰਨਾ ਸਮਝਦੇ ਹਨ। ਬਪਤਿਸਮਾ ਲਿਆ ਔਰ ਬਾਹਰ ਆ ਗਏ, ਠੀਕ ਆ, ਹੋ ਗਿਆ ਜੀ ਬਪਤਿਸਮਾ। ਬਪਤਿਸਮਾ ਹੈ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦੇਣਾ ਔਰ ਨਵਾਂ ਜੀਵਨ ਗ੍ਰਹਿਣ ਕਰਨਾ। ਹਾਲੇਲੂਇਆ।
ਹਾਲੇਲੂਇਆ। ਅਗਰ ਤੁਹਾਡੇ ਅੰਦਰ ਪਹਿਲਾਂ ਲਾਲਸਾ ਪੈਦਾ ਹੁੰਦੀ ਸੀ, ਉਸ ਤੋਂ ਬਾਅਦ ਲਾਲਸਾ ਪੈਦਾ ਨਹੀਂ ਹੋਏਗੀ। ਜੇ ਪਹਿਲਾਂ ਤੁਹਾਡੇ ਅੰਦਰ ਕਮੰਡ ਹੁੰਦਾ ਸੀ, ਫਿਰ ਕਮੰਡ ਨਹੀਂ ਹੋਏਗਾ। ਜੇ ਪਹਿਲਾਂ ਤੁਹਾਡੇ ਅੰਦਰ ਈਰਖਾ ਹੁੰਦੀ ਸੀ, ਫਿਰ ਈਰਖਾ ਨਹੀਂ ਹੋਏਗੀ। ਜੇ ਪਹਿਲਾਂ ਤੁਹਾਡੇ ਅੰਦਰ ਵਿਰੋਧ ਹੁੰਦਾ ਸੀ, ਫਿਰ ਵਿਰੋਧ ਨਹੀਂ ਹੋਏਗਾ। ਜੇ ਪਹਿਲਾਂ ਤੁਹਾਡੇ ਅੰਦਰ ਨਫ਼ਰਤ ਹੁੰਦੀ ਸੀ, ਫਿਰ ਨਫ਼ਰਤ ਨਹੀਂ ਹੋਏਗੀ। ਪਰਮੇਸ਼ਵਰ ਯੀਸ਼ੂ ਮਸੀਹ ਤੁਹਾਨੂੰ ਆਪਣੇ ਪ੍ਰੇਮ ਦੇ ਨਾਲ ਭਰ ਦੇਣਗੇ। ਹਾਲੇਲੂਇਆ, ਹਾਲੇਲੂਇਆ। और वो डाकू, जिस डाकू ने कन्फेशन किया, वो रियली रिपेंट कर चुका सी कि असी तो गुनाहगार हां, असी तो पापी हां, पर प्रभु ने कोई पाप नहीं किया। बाइबल च लिखा, प्रभु ने उसे समय ਉਹਦੇ ਸਾਰੇ ਅਪਰਾਧਾਂ ਦਾ ਹਿਸਾਬ, ਉਹਦੇ ਸਾਰੇ ਡਾਕੂ ਦੇ ਗੁਨਾਹਾਂ ਦਾ ਹਿਸਾਬ ਆਪਣੇ ਲਹੂ ਦੇ ਨਾਲ ਧੋ ਕੇ ਸਾਫ਼ ਕਰ ਦਿੱਤਾ। ਉਹਦੇ ਸਾਰੇ ਅਪਰਾਧ ਮਿਟਾਏ ਗਏ। ਉਸ ਡਾਕੂ ਦੇ ਇਮੀਡੀਏਟਲੀ ਉਹਦੇ ਸਾਰੇ ਅਪਰਾਧ ਮਿਟਾਏ ਗਏ, ਉਹਦੇ ਸਾਰੇ ਗੁਨਾਹ ਮਿਟਾਏ ਗਏ, ਔਰ ਪ੍ਰਭੂ ਦੇ ਨਾਲ ਸਵਰਗ ਲੋਕ ਦੇ ਅੰਦਰ ਗਿਆ। ਹਾਲੇਲੂਇਆ। ਕੀ ਤੁਸੀਂ ਰਿਪੈਂਟ ਕਰ ਚੁੱਕੇ ਹੋ? ਰਿਪੈਂਟ ਕਰਨਾ ਕੀ ਹੈ? ਅਸੀਂ ਤੁਹਾਨੂੰ ਬਾਰ-ਬਾਰ ਦੱਸਦੇ ਹਾਂ, ਮਾਫੀ ਮੰਗੋ। ਮਾਫੀ ਦਾ ਮੰਗਣਾ ਕੀ ਹੈ? ਕੀ ਮਾਫੀ ਦਾ ਮੰਗਣਾ ਕੀ ਹੈ? ਕੀ ਮਤਲਬ ਹੈ ਪ੍ਰਭੂ ਤੋਂ ਮਾਫੀ ਮੰਗਣਾ? ਮਾਫੀ ਮੰਗਣ ਦਾ ਮਤਲਬ ਹੈ, ਅੱਜ ਤੋਂ ਬਾਅਦ ਮੈਂ ਉਹ ਕੰਮ ਦੁਬਾਰਾ ਨਹੀਂ ਕਰਾਂਗਾ। ਉਸ ਕੰਮ ਨੂੰ ਮੈਂ ਇਹ ਮਤਲਬ ਨਹੀਂ ਕਿ ਤੁਸੀਂ ਸ਼ਰਾਬ ਪੀਨੇ, ਇਸ ਹਫਤੇ ਮਾਫੀ ਮੰਗੀ, ਅਗਲੇ ਹਫਤੇ ਪੀ ਕੇ ਫਿਰ ਟੁੱਲ ਹੋ ਕੇ ਫਿਰ ਹਾਂਜੀ ਪ੍ਰਭੂ ਮਾਫ ਕਰ ਦੇ, ਅਗਲੇ ਹਫਤੇ ਫਿਰ ਪ੍ਰਭੂ ਮਾਫ ਕਰ ਦੇ, ਅਗਲੇ ਹਫਤੇ ਫਿਰ ਪ੍ਰਭੂ ਮਾਫ ਕਰ ਦੇ, ਅਗਲੇ ਹਫਤੇ ਫਿਰ ਪ੍ਰਭੂ ਮਾਫ ਕਰ ਦੇ। ਇਹ ਰਿਪੈਂਟੈਂਸ ਨਹੀਂ ਹੈ। ਤੁਸੀਂ ਉਜਾੜੂ ਪੁੱਤਰ ਦੇ ਬਾਰੇ ਸੁਣਿਆ? ਉਹ ਆਪਣੇ ਸਾਰਾ ਕੁਝ ਲੈ ਕੇ, ਆਪਣੇ ਪਿਤਾ ਦਾ ਸਾਰਾ ਮਾਲ ਲੈ ਕੇ ਚਲਾ ਗਿਆ ਔਰ ਸਭ ਕੁਝ ਖਤਮ ਹੋ ਗਿਆ। ਔਰ ਜਦੋਂ ਵਾਪਸ ਆਪਣੇ ਪਿਤਾ ਦੇ ਘਰ ਆਇਆ, ਆਪਣੇ ਪਿਤਾ ਨੂੰ ਕਹਿੰਦਾ, ਮੈਂ ਇਸ ਯੋਗ ਵੀ ਨਹੀਂ ਤੇਰੀ ਛੱਤ ਦੇ ਥੱਲੇ ਆਵਾਂ, ਮੈਨੂੰ ਆਪਣੇ ਘਰ ਵਿੱਚ ਦਾਸ ਦੇ ਸਮਾਨ ਰੱਖ ਲੈ। ਲੇਕਿਨ ਉਹਦਾ ਪਿਤਾ ਉਹਦੇ ਵੱਲ ਦੌੜਿਆ, ਔਰ ਉਹਨੂੰ ਆਪਣੇ ਨੌਕਰਾਂ ਨੂੰ ਕਿਹਾ, ਇਹਨੂੰ ਨਲਾਓ, ਇਹਨੂੰ ਅੱਛੇ ਵਸਤਰ ਪਹਿਨਾਓ, ਇਹਦੇ ਹੱਥ ਵਿੱਚ ਅੰਗੂਠੀ ਪਹਿਨਾਓ। ਬੇਸਿਕਲੀ ਉਹ ਉਜਾੜੂ ਪੁੱਤਰ ਰਿਪੈਂਟ ਕਰ ਚੁੱਕਾ ਸੀ, ਲੇਕਿਨ ਜਿਹੜਾ ਘਰ ਦੇ ਵਿੱਚ ਹੈ ਉਹ ਕ੍ਰੋਧ ਤੇ ਗੁੱਸੇ ਨਾਲ ਭਰਿਆ ਸੀ। ਉਹਦਾ ਜੀਵਨ ਨਹੀਂ ਬਦਲਿਆ, ਜਿਹੜਾ ਪਿਤਾ ਦੇ ਕੋਲ ਸੀ ਉਹਦਾ ਜੀਵਨ ਬਦਲ ਗਿਆ, ਜਿਹੜਾ ਰਿਪੈਂਟ ਕਰਕੇ ਵਾਪਸ ਆਇਆ। ਦਾ ਰੀਅਲ ਰਿਪੈਂਟੈਂਸ। ਜ਼ਰੂਰਤ ਹੈ ਅਸਲੀ ਰਿਪੈਂਟ ਕਰਨ ਦੀ। ਮਨੁੱਖਾਂ ਨੂੰ ਦਿਖਾਉਣ ਲਈ ਰਿਪੈਂਟ ਕਰਨ ਦੀ ਲੋੜ ਨਹੀਂ। ਅਸਲੀ ਰਿਪੈਂਟੈਂਸ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਜੇ ਤੁਸੀਂ ਬਦਲ ਚੁੱਕੇ ਹੋ, ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਤੁਸੀਂ ਬਦਲ ਗਏ ਹਾਂ, ਲੋਕ ਦੱਸਣਗੇ ਤੁਸੀਂ ਬਦਲ ਚੁੱਕੇ ਹੋ। ਜਦੋਂ ਮੈਂ 2005 ਵਿੱਚ ਪ੍ਰਭੂ ਚ ਆਇਆ, ਮੈਂ 2006 ਵਿੱਚ ਜੌਬ ਕੀਤੀ, 2006 ਵਿੱਚ ਜੌਬ ਕੀਤੀ, ਔਰ 1 ਦਸੰਬਰ 2006 ਅਸੀਂ ਬਪਤਿਸਮਾ ਲਿਆ। ਔਰ ਜਦੋਂ ਬਪਤਿਸਮਾ ਲੈਣ ਤੋਂ ਬਾਅਦ ਜਦੋਂ ਮੈਂ ਆਫਿਸ ਗਿਆ, ਕੁਝ ਦਿਨਾਂ ਬਾਅਦ ਮੈਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ, ਮੇਰੇ ਕੁਲੀਗਸ ਨੇ, ਮੇਰੇ ਆਫਿਸਰ ਨੇ, ਤੂੰ ਬਦਲ ਚੁੱਕਾ ਹੈ। ਮੈਂ ਕਿਸੇ ਨੂੰ ਨਹੀਂ ਦੱਸਿਆ, ਲੇਕਿਨ ਉਹ ਲੋਕ ਮੈਨੂੰ ਕਹਿ ਰਹੇ ਸੀ, ਤੂੰ ਬਦਲ ਚੁੱਕਾ ਹੈ, ਤੂੰ ਚੇਂਜ ਹੋ ਚੁੱਕਾ ਹੈ, ਤੂੰ ਬਦਲ ਚੁੱਕਾ ਹੈ। ਅਗਰ ਲੋਕ ਤੁਹਾਨੂੰ ਕਹਿੰਦੇ ਹਨ ਤੁਸੀਂ ਬਦਲ ਚੁੱਕੇ ਹੋ, ਤਾਂ ਸੱਚਮੁੱਚ ਤੁਸੀਂ ਬਦਲ ਚੁੱਕੇ ਹੋ। ਜੇ ਤੁਸੀਂ ਖੁਦ ਕਹਿੰਦੇ ਹੋ ਮੈਂ ਬਦਲ ਗਿਆ, ਮੈਂ ਨਹੀਂ ਮੰਨਦਾ ਜਦ ਤੱਕ ਦੂਸਰੇ ਲੋਕ ਤੁਹਾਨੂੰ ਨਹੀਂ ਕਹਿੰਦੇ, ਜਦ ਤੱਕ ਤੁਹਾਡਾ ਪਰਿਵਾਰ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਬਦਲ ਚੁੱਕੇ ਹੋ। ਇੱਕ ਪਤੀ 20 ਵਾਰੀ ਕਹਿ ਲਵੇ ਬਦਲ ਗਿਆ, ਜਦ ਤੱਕ ਉਹਦੀ ਪਤਨੀ ਨਹੀਂ ਕਹਿੰਦੀ ਉਹ ਬਦਲ ਗਿਆ, ਮੈਂ ਨਹੀਂ ਮੰਨਦਾ। ਇੱਕ ਪਤਨੀ 20 ਵਾਰ ਕਹਿ ਦੇ ਮੈਂ ਬਦਲ ਗਈ, ਜਦ ਤੱਕ ਉਹਦਾ ਪਤੀ ਨਹੀਂ ਕਹਿੰਦਾ ਕਿ ਇਹ ਬਦਲ ਗਈ, ਮੈਂ ਨਹੀਂ ਮੰਨਦਾ। ਦੂਸਰਾ ਵਿਅਕਤੀ ਤੁਹਾਡੀ ਗਵਾਹੀ ਦੇਗਾ, ਦੂਸਰਾ ਵਿਅਕਤੀ ਤੁਹਾਡੀ ਗਵਾਹੀ ਦੇਵੇਗਾ। ਜਿਹੜਾ ਵਿਅਕਤੀ, ਕੌਣ ਗਵਾਹੀ ਦੇਵੇਗਾ? ਜਿਹੜਾ ਤੁਹਾਡੇ ਨਾਲ ਰਹਿੰਦਾ 24 ਘੰਟੇ, ਜਿਹੜਾ ਤੁਹਾਡਾ ਉੱਠਣਾ, ਬਹਿਣਾ, ਸੌਣਾ, ਖਾਣਾ, ਪੀਣਾ, ਹਰ ਇੱਕ ਚੀਜ਼ ਜਾਣਦਾ ਹੈ, ਉਹ ਤੁਹਾਡੀ ਸਹੀ ਗਵਾਹੀ ਦੇਗਾ। ਤੁਹਾਡੇ ਦੋਸਤ
ਤੁਹਾਨੂੰ ਕਦੀ ਕਦੀ ਮਿਲਦੇ ਹਨ, ਉਹਦੇ ਸਾਹਮਣੇ ਤੁਸੀਂ ਡਿਫਰੈਂਟ ਸੁਭਾਅ ਰੱਖ ਸਕਦੇ ਹੋ, ਲੇਕਿਨ ਜਿਹੜੀ ਤੁਹਾਡੀ ਪਤਨੀ ਹੈ ਉਹਦੇ ਸਾਹਮਣੇ ਤੁਹਾਡਾ ਸੁਭਾਅ ਡਿਫਰੈਂਟ ਨਹੀਂ ਹੋ ਸਕਦਾ। ਤੁਸੀਂ ਆਪਣੀ ਪਤਨੀ ਦੇ ਨਾਲ ਐਕਟਿੰਗ ਨਹੀਂ ਕਰ ਸਕਦੇ। ਹਾਲੇਲੂਇਆ, ਹਾਲੇਲੂਇਆ। ਕੀ ਤੁਸੀਂ ਬਦਲ ਚੁੱਕੇ ਹੋ? ਆਪਣੇ ਆਪ ਨੂੰ ਪੁੱਛੋ ਕਿ ਮੈਂ ਬਦਲ ਗਿਆ ਹਾਂ। ਬਾਈਬਲ 'ਚ ਲਿਖਿਆ, ਧੰਨ ਹੈ ਉਹ ਵਿਅਕਤੀ ਜਿਸ ਨੂੰ ਪਰਮੇਸ਼ਵਰ ਪਾਪੀ ਨਾ ਠਹਿਰਾਏ। ਬਲੈਸ ਹੈ ਉਹ ਵਿਅਕਤੀ ਜਿਸ ਨੂੰ ਪਰਮੇਸ਼ਵਰ ਪਾਪੀ ਨਾ ਠਹਿਰਾਏ। ਸੁਣੋ ਮੇਰੀ ਗੱਲ, ਇੱਧਰ ਦੇਖੋ, ਮੇਰੇ ਵੱਲ ਧਿਆਨ ਦੇਣਾ। ਯੀਸ਼ੂ ਮਸੀਹ ਕਲਵਰੀ ਕ੍ਰਾਸ ਦੇ ਉੱਤੇ ਸਨ, ਸੱਜੇ ਡਾਕੂ ਟੰਗਿਆ ਸੀ, ਖੱਬੇ ਡਾਕੂ ਟੰਗਿਆ ਸੀ। ਧੰਨ ਹੈ ਉਹ ਵਿਅਕਤੀ ਜਿਸ ਨੂੰ ਪਰਮੇਸ਼ਵਰ ਪਾਪੀ ਨਾ ਠਹਿਰਾਏ, ਔਰ ਇੱਕ ਡਾਕੂ ਨੂੰ ਪਰਮੇਸ਼ਵਰ ਨੇ ਮਾਫ ਕਰ ਦਿੱਤਾ। ਇੱਕ ਡਾਕੂ ਆਪਣੇ ਗੁਨਾਹਾਂ ਤੋਂ ਆਜ਼ਾਦ ਹੋ ਗਿਆ, ਇੱਕ ਡਾਕੂ ਆਪਣੇ ਪਾਪਾਂ ਤੋਂ ਆਜ਼ਾਦ ਹੋ ਗਿਆ, ਉਹ ਸਾਰੇ ਕੁਕਰਮ ਤੋਂ ਆਜ਼ਾਦ ਹੋ ਗਿਆ। ਕਿੰਨੇ ਗੁਨਾਹ ਕੀਤੇ ਹੋਣਗੇ ਉਸ ਡਾਕੂ ਨੇ, ਕਿੰਨੀਆਂ ਡਕੈਤੀਆਂ ਕੀਤੀਆਂ ਹੋਣਗੀਆਂ, ਕਿੰਨੀਆਂ ਚੋਰੀਆਂ ਕੀਤੀਆਂ ਹੋਣਗੀਆਂ, ਕਿੰਨੇ ਗੁਨਾਹ ਕੀਤੇ ਹੋਣਗੇ, ਪਰ ਇੱਕ ਰਿਪੈਂਟ ਕਰਨ ਦੇ ਦੁਆਰਾ ਉਹ ਡਾਕੂ ਬਚਾਇਆ ਗਿਆ। ਸਹੀ ਰਿਪੈਂਟੈਂਸ ਚਾਹੀਦੀ ਹੈ, ਸਹੀ ਰਿਪੈਂਟੈਂਸ ਚਾਹੀਦੀ ਹੈ। ਹਾਲੇਲੂਇਆ। हालेलुया। सही रिपेंटेंस। हालेलुया। बाइबल च लिखा दूसरा कुरंथियां 12 अध्याय उदी 1 आयत तो 4 आयत तक पढ़ो। यद्यपि घमंड करना मेरे लिए ठीक नहीं, तो भी करना पड़ता है। इसलिए मैं प्रभु के दिए हुए दर्शनों और प्रकाशनों की चर्चा करूंगा। मैं मसीह में एक मनुष्य को जानता हूं। 14 वर्ष हुए कि न जाने देह सहित न जाने देह रहित, परमेश्वर जानता है, ऐसा मनुष्य तीसरे स्वर्ग तक उठा लिया गया। मैं ऐसे मनुष्य को जानता हूं, न जाने देह सहित और न जाने देह रहित, परमेश्वर ही जानता है, कि स्वर्ग लोक पर उठा लिया गया, और ऐसी बातें सुनी जो कहने की नहीं, और जिनका मुंह पर लाना मनुष्य को उचित नहीं। हालेलुया। संत पौलुस कहता है, मैं बहुत सारे दर्शनां ते प्रकाशनां दी चर्चा करता हाँ। मैं बहुत सारे दर्शन देखे, बहुत सारे प्रकाशन देखे, और संत पौलुस कहता है मैं तीसरे स्वर्ग तक उठाया गया। मैं बोलो, तीसरे स्वर्ग तक उठाया गया। प्रभु यीशु मसीह ने सदूकियां दे फरीसियां नूं कहा, मैं तुहाडे नाल धरती दीयां गल्लां करदा हां ते तुसीं गल्लां नहीं समझदे, ते स्वर्ग दीयां गल्लां किद्दां समझोगे? जदों तुसीं नवां जीवन पा लिया, जदों सचमुच तुहाडा जीवन नवां हो गया, तुहाडा आत्मा स्वर्ग विच जा सकदा है और वापस आ सकदा है। परमेश्वर वो अनुग्रह दिंदा है, वो अनुग्रह परमेश्वर उंडेलदा है कि तुसी स्वर्ग नूं विजिट कर सको, तुहाडा आत्मा स्वर्ग दे अंदर दाखिल हो सके, दूसरे स्वर्ग दे अंदर, तीसरे स्वर्ग दे अंदर दाखिल हो सके। जिस तरह धरती उत्ते तुसी काम करोगे, उसी तरह का दर्जा स्वर्ग विच मिलेगा, उसी तरह दर्जा मिलेगा स्वर्ग दे अंदर। हालेलुया। बाइबल च लिखिया, ਜਿਹੜੇ ਲੋਕ ਪ੍ਰਭੂ ਦੇ ਲਈ ਸ਼ਹੀਦ ਹੋ ਗਏ, ਜਿਨ੍ਹਾਂ ਨੇ ਆਪ ਕੁਰਬਾਨੀ ਦੇ ਦਿੱਤੀ, ਉਹਨਾਂ ਦਾ ਲਹੂ ਪਰਮੇਸ਼ਵਰ ਦੇ ਸਿੰਘਾਸਨ ਦੇ ਸਾਹਮਣੇ ਆਵਾਜ਼ ਮਾਰਦਾ ਹੈ, ਇਹ ਪਰਮੇਸ਼ਵਰ ਤੂੰ ਸਾਡਾ ਬਦਲਾ ਕਦੋਂ ਲਏਗਾ? ਸ਼ਹੀਦ ਲੋਕ ਜਿਹੜੇ ਹਨ ਬਾਈਬਲ ਦੇ ਅੰਦਰ, ਉਹ ਤੀਸਰੇ ਸਵਰਗ ਦੇ ਅੰਦਰ ਹਨ, ਕਿਉਂਕਿ ਬਾਈਬਲ 'ਚ ਲਿਖਿਆ ਹੋਇਆ ਹੈ ਉਹਨਾਂ ਦਾ ਲਹੂ ਪਰਮੇਸ਼ਵਰ ਦੇ ਸਵਰਗ ਦੇ ਵਿੱਚ, ਪਰਮੇਸ਼ਵਰ ਦੇ ਸਿੰਘਾਸਨ ਦੇ ਸਾਹਮਣੇ ਜੋ ਲਹੂ ਡੁੱਲਿਆ, ਉਹ ਪੁਕਾਰਦਾ ਹੈ। सचमुच तुसी परमेश्वर दे नाल चलना चाहते हो? जे सचमुच चलना चाहते हाँ तो पहला रियली रिपेंट करो। तुसी आत्मा च नवा जीवन पा लिया है, पर रिपेंटेंस नहीं कीती, रियली रिपेंटेंस नहीं कीती। जे तुसी सही तरीके नाल माफी नहीं मंगी, सही तरीके नाल अपने आप नूं नहीं बदलिया, ते अज समा है
ਸਹੀ ਰਿਪੈਂਟ ਕਰਨ ਦਾ। ਬੋਲੋ ਆਮੈਨ, ਬੋਲੋ ਆਮੈਨ। ਕੀ ਤੁਸੀਂ ਸਵਰਗ ਜਾਣ ਲਈ ਤਿਆਰ ਹੋ? ਅੱਜ ਪਰਮੇਸ਼ਵਰ ਬਦਲਾਂ ਉੱਤੇ ਆ ਜਾਵੇ, ਅੱਜ ਦੀ ਰਾਤ ਹਨੇਰੀ ਹੋ ਜਾਵੇ, ਅੱਜ ਪਰਮੇਸ਼ਵਰ ਯੀਸ਼ੂ ਮਸੀਹ ਅੱਜ ਦੀ ਰਾਤ ਬਦਲਾਂ ਉੱਤੇ ਆ ਜਾਵੇ, ਘੋੜੇ ਚਿੱਟੇ ਘੋੜੇ ਤੇ ਸਵਾਰ ਹੋ ਕੇ, ਕੀ ਤੁਸੀਂ ਤਿਆਰ ਹੋ? ਕਿ ਦੁਲਹਨ ਤਿਆਰ ਹੈ? ਕਿ ਦੁਲਹਨ ਆਪਣੇ ਆਪ ਨੂੰ ਤਿਆਰ ਕਰ ਚੁੱਕੀ ਹੈ? ਕਿਉਂ ਨਾ 5 ਕੁਆਰੀਆਂ ਦੀ ਤਰ੍ਹਾਂ, ਜਿਹੜੀਆਂ 5 ਕੁਆਰੀਆਂ ਜਿਨ੍ਹਾਂ ਦੇ ਦੀਵਿਆਂ ਅੰਦਰ ਤੇਲ ਨਹੀਂ ਸੀ, 5 ਦੇ ਅੰਦਰ ਔਰ 5 ਕੋ ਤੇਲ ਸੀ। ਕਿ ਤੁਹਾਡੀ ਉਸ ਆਤਮਾ ਦੇ ਅੰਦਰ ਪਰਮੇਸ਼ਵਰ ਦੀ ਆਤਮਾ ਦੀ ਅੱਗ ਹੈ। ਔਰ ਜਦੋਂ ਦੂਲੇ ਦਾ ਸਮਾਂ ਆਇਆ ਤਾਂ 10 ਦੀਆਂ 10 ਕੁਆਰੀਆਂ ਸੌਂ ਗਈਆਂ, ਕੋਈ ਵੀ ਜਾਗਦੀ ਨਹੀਂ ਸੀ। 10 ਦੀਆਂ 10 ਹੀ ਸੌਂ ਗਈਆਂ। ਉਹਨਾਂ ਕੋਲ ਤੇਲ ਵੀ ਸੀ, ਉਹਨਾਂ ਦਾ ਮਿਸ਼ਾਲਾਂ ਵੀ ਸੀ, ਪਰ ਉਹ ਸੌਂ ਗਈਆਂ। ਕਿ ਤੁਸੀਂ ਰਾਤ ਨੂੰ ਉੱਠ ਕੇ ਪ੍ਰਾਰਥਨਾ ਕਰਦੇ ਹੋ? ਕਿ ਤੁਹਾਡੇ ਹਿਰਦੇ ਵਿੱਚ ਪਰਮੇਸ਼ਵਰ ਦੇ ਪ੍ਰਤੀ ਗਹਿਰੀ ਪਿਆਸ ਹੈ? ਜੇ ਗਹਿਰੀ ਪਿਆਸ ਹੈ ਤਾਂ ਸੰਸਾਰ ਤੁਹਾਨੂੰ ਲੁਭਾਉਣ ਵਾਲਾ ਨਹੀਂ ਹੋਏਗਾ। ਸੰਸਾਰ ਦੇ ਕੰਮ ਤੁਹਾਨੂੰ ਲੁਭਾ ਨਹੀਂ ਸਕਦੇ। ਸੰਸਾਰ ਦੇ ਕੰਮ ਤੁਹਾਡੇ ਡੈਸਟੀਨੇਸ਼ਨ ਨੂੰ ਚੇਂਜ ਨਹੀਂ ਕਰ ਸਕਦੇ। ਤੁਹਾਡੀ ਇੱਕ ਡੈਸਟੀਨੇਸ਼ਨ ਹੋਏਗੀ, ਪਰਮੇਸ਼ਵਰ ਤੇ ਉਹਦੇ ਕੰਮ। ਦੈਟਸ ਆਲ। ਸੰਤ ਪੌਲੁਸ, ਉਹਦੇ ਅੰਦਰ ਇੱਕ ਇੰਨੀ ਧੁੰਨ ਸੀ, ਉਹਦੇ ਅੰਦਰ ਇੰਨੀ ਧੁੰਨ ਸੀ। ਸੰਤ ਪੌਲੁਸ ਨੇ ਮੈਰਿਜ ਨਹੀਂ ਕੀਤੀ, ਬਾਕੀ ਸਾਰੇ ਚੇਲਿਆਂ ਦੀ ਮੈਰਿਜ ਹੋਈ ਸੀ, ਲੇਕਿਨ ਉਹਨਾਂ ਦੀ ਧੁੰਨ ਸੀ। ਉਹ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਲੈ ਕੇ ਆਉਂਦਾ ਸੀ, ਇੱਕ ਕਲੀਸਿਆ ਤੋਂ ਦੂਸਰੀ ਕਲੀਸਿਆ ਵਿੱਚ। ਜੇ ਉਹ ਕੁਰਿੰਥੀਆਂ ਵਿੱਚ ਗਿਆ, ਫਿਰ ਇਫਸੀਆਂ ਵਿੱਚ ਗਿਆ, ਫਿਰ ਗਲਾਤੀਆਂ ਵਿੱਚ ਗਿਆ, ਫਿਰ ਕੁਲਸੀਆਂ ਦੇ ਵਿੱਚ ਗਿਆ, ਫਿਰ ਫਿਲਿੱਪੀਆਂ ਦੇ ਅੰਦਰ ਗਿਆ, ਫਿਰ ਉਹ ਤੀਤੁਸ ਦੇ ਕੋਲ ਗਿਆ, ਫਿਰ ਉਹ ਜੇਲ੍ਹ 'ਚ ਵੀ ਚਲਾ ਗਿਆ। ਤਦ ਵੀ ਉਸਨੇ ਆਪਣੀ ਕਲਮ ਨੂੰ ਬੰਦ ਨਹੀਂ ਕੀਤਾ, ਕਲਮ ਨੂੰ ਲਿਖਦਾ ਰਿਹਾ ਔਰ ਕਲੀਸਿਆਵਾਂ ਨੂੰ ਖੱਤ ਲਿਖਦਾ ਰਿਹਾ, ਕਲੀਸਿਆਵਾਂ ਨੂੰ ਪੱਤਰ ਲਿਖਦਾ ਰਿਹਾ ਔਰ ਕਲੀਸਿਆਵਾਂ ਨੂੰ ਪ੍ਰੇਰਿਤ ਕਰਦਾ ਰਿਹਾ ਕਿ ਕੋਈ ਵੀ ਕਲੀਸਿਆ ਥੱਲੇ ਨਾ ਡਿਗੇ। ਉਹ ਪਰਮੇਸ਼ਵਰ ਦੀ ਸਾਮਰਥ ਨਾਲ ਗੱਠ ਕੇ, ਪਰਮੇਸ਼ਵਰ ਦੇ ਅਨੁਗ੍ਰਹ ਨਾਲ ਭਰ ਕੇ, ਪਰਮੇਸ਼ਵਰ ਦੇ ਰਾਜ ਵਿੱਚ ਖੜੀ ਹੋ ਜਾਵੇ। ਹਰ ਇੱਕ ਕਲੀਸਿਆ ਦੇ ਲਈ ਉਹਦੇ ਮਨ ਦੇ ਅੰਦਰ ਬੋਝ ਸੀ। ਅਗਰ ਤੁਸੀਂ ਪਰਮੇਸ਼ਵਰ ਦੇ ਅੰਦਰ ਨਵਾਂ ਜੀਵਨ ਲੈ ਲਿਆ ਹੈ, ਤੁਹਾਡੇ ਮਨ ਵਿੱਚ ਕਲੀਸਿਆ ਪ੍ਰਤੀ ਬੋਝ ਹੋਏਗਾ, ਤੁਹਾਡੇ ਮਨ ਵਿੱਚ ਬੋਝ ਹੋਏਗਾ ਲੋਕਾਂ ਦੇ ਪ੍ਰਤੀ, ਜਿਹੜੀਆਂ ਆਤਮਾਵਾਂ ਨਾਸ਼ ਹੋ ਰਹੀਆਂ ਉਹਨਾਂ ਦੇ ਪ੍ਰਤੀ ਤੁਹਾਡੇ ਮਨ ਵਿੱਚ ਇੱਕ ਬੋਝ ਹੋਏਗਾ। ਜਦ ਤੁਸੀਂ ਬਚ ਗਏ, ਦੈਟਸ ਆਲ, ਆਪਣਾ ਝੰਡਾ ਗੱਡਿਆ ਆਪਣੇ ਘਰ ਦੇ ਅੰਦਰ, ਮੈਂ ਬਚ ਗਿਆ, ਮੈਨੂੰ ਕਿਸੇ ਦੀ ਲੋੜ ਨਹੀਂ, ਤਾਂ ਖੁਦਾ ਤੁਹਾਡੇ ਤੋਂ ਹਿਸਾਬ ਲਏਗਾ। ਇੱਕ ਦਿਨ ਤੁਹਾਨੂੰ ਖੁਦਾ ਦੀ ਕਚਹਿਰੀ ਦੇ ਅੰਦਰ ਜਾ ਕੇ, ਖੁਦਾ ਦੇ ਸਿੰਘਾਸਨ ਦੇ ਸਾਹਮਣੇ ਜਾ ਕੇ ਹਿਸਾਬ ਦੇਣਾ ਪਏਗਾ। ਜਿਹੜੇ ਦੋਸਤਾਂ ਨਾਲ ਤੁਸੀਂ ਰਹਿੰਦੇ ਸੀ, ਤੁਸੀਂ ਉਹਨਾਂ ਨੂੰ ਬਚਾਇਆ ਨਹੀਂ। ਜਿਹੜੇ ਰਿਸ਼ਤੇਦਾਰ ਤੁਹਾਡੇ ਨਾਲ ਰਹਿੰਦੇ ਸਨ, ਤੁਸੀਂ ਉਹਨਾਂ ਨੂੰ ਬਚਾਇਆ ਨਹੀਂ। ਤੁਸੀਂ ਆਪ ਆਤਮਾ ਚ ਨਵਾਂ ਜੀਵਨ ਪਾ ਲਿਆ, ਪਰ ਤੁਸੀਂ ਦੂਸਰੇ ਲੋਕਾਂ ਨੂੰ ਸੁਸਮਾਚਾਰ ਨਹੀਂ ਸੁਣਾਇਆ। ਕਿਉਂ? ਕਿਉਂਕਿ ਬਦਲਾਵ ਨਹੀਂ ਆਇਆ। ਜਦੋਂ ਬਦਲਾਵ ਆਉਂਦਾ ਹੈ, ਉਹ ਵਿਅਕਤੀ ਬਦਲ ਜਾਂਦਾ ਹੈ ਔਰ ਪਰਿਵਰਤਿਤ ਹੋ ਕੇ ਨਵਾਂ ਬਣ ਜਾਂਦਾ ਹੈ। ਆਮੈਨ, ਆਮੈਨ। ਆਪਣੇ ਸਾਰੇ ਗੁਨਾਹਾਂ ਤੇ ਪਾਪਾਂ ਨੂੰ ਭੁੱਲ ਜਾਓ। ਸ਼ੈਤਾਨ ਤੁਹਾਡੇ ਸਾਹਮਣੇ ਤੁਹਾਡੇ ਅਤੀਤ ਦੇ ਪਾਪ ਨੂੰ ਰੱਖਦਾ ਹੈ, ਤੁਹਾਡੇ ਅਤੀਤ ਦੇ ਪਾਪ ਨੂੰ ਰੱਖਦਾ ਹੈ। ਕਿੰਨੇ ਲੋਕ ਜਦੋਂ ਪ੍ਰਾਰਥਨਾ ਕਰਦੇ ਉਹਨਾਂ ਨੂੰ ਨੈਗੇਟਿਵ ਵਿਚਾਰ ਆਉਂਦੇ ਹਨ, ਨੈਗੇਟਿਵ ਸੋਚਾਂ ਆਉਂਦੀਆਂ ਹਨ। ਸ਼ੈਤਾਨ ਲੜਦਾ ਹੈ, ਉਹ ਦਿਖਾਉਂਦਾ ਹੈ ਤੂੰ ਤਾਂ ਪਾਪ ਕੀਤਾ ਪਿਛਲੇ ਦਿਨਾਂ 'ਚ, ਆਹ ਪਾਪ ਤੂੰ ਕੀਤਾ ਨਾ, ਤੂੰ ਪਰਮੇਸ਼ਵਰ ਦੇ ਸਾਹਮਣੇ ਕਿੱਦਾਂ ਜਾ ਸਕਦਾ ਹੈ? ਆਹ ਗੁਨਾਹ ਤੂੰ ਕੀਤਾ, ਤੂੰ ਪਰਮੇਸ਼ਵਰ ਦੇ ਸਾਹਮਣੇ ਕਿੱਦਾਂ ਜਾ ਸਕਦੀ ਹੈ? ਔਰ ਉਹ ਵਿਅਕਤੀ ਆਪਣੇ ਮਨ ਵਿੱਚ, ਆਪਣੇ ਵਿਵੇਕ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ। ਜਦੋਂ ਵਿਅਕਤੀ ਆਪਣੇ ਮਨ ਵਿੱਚ, ਆਪਣੇ ਵਿਵੇਕ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਪਰਮੇਸ਼ਵਰ ਦੇ ਪਵਿੱਤਰ ਸਿੰਘਾਸਨ ਦੇ ਸਾਹਮਣੇ ਨਹੀਂ ਜਾ ਸਕਦਾ ਔਰ ਉਹਦੇ ਸਾਹਮਣੇ ਜਾ ਕੇ ਰਿਪੈਂਟ ਨਹੀਂ ਕਰ ਸਕਦਾ। ਆਪਣੇ ਆਪ ਨੂੰ ਦੋਸ਼ੀ ਨਾ ਸਮਝੋ, ਆਪਣੇ ਪਾਪਾਂ ਨੂੰ ਮੰਨੋ, ਗੁਨਾਹਾਂ ਨੂੰ ਮੰਨੋ, ਛੱਡ ਦਿਓ, ਪਵਿੱਤਰਤਾਈ ਦੇ ਨਾਲ ਅੱਗੇ ਵੱਧ ਜਾਓ। ਬੋਲੋ ਆਮੈਨ, ਬੋਲੋ ਆਮੈਨ। ਪਵਿੱਤਰਤਾਈ ਦੇ ਨਾਲ ਚੱਲੋ, ਪਰਮੇਸ਼ਵਰ ਤੁਹਾਡੇ ਤੇ ਅਨੁਗ੍ਰਹ ਕਰੇਗਾ, ਕਿਉਂਕਿ ਪਰਮੇਸ਼ਵਰ ਤੁਹਾਡੇ ਕੋਲ ਕੁਝ ਨਹੀਂ ਮੰਗਦਾ, ਇੱਕ ਪਵਿੱਤਰਤਾਈ ਦੀ ਮੰਗ ਕਰਦਾ ਹੈ। ਉਹ ਕਹਿੰਦਾ ਹੈ ਮੈਂ ਪਵਿੱਤਰ ਹਾਂ, ਤੁਸੀਂ ਪਵਿੱਤਰ ਬਣੋ। ਪਰਮੇਸ਼ਵਰ ਚਾਹੁੰਦਾ ਹੈ ਮੈਂ ਪਵਿੱਤਰ ਹਾਂ, ਤੁਸੀਂ ਪਵਿੱਤਰ ਬਣੋ। ਔਰ ਜੇ ਤੁਸੀਂ ਪਵਿੱਤਰ ਬਣੇ ਰਹੋਗੇ, ਜੇ ਤੁਸੀਂ ਆਤਮਾ ਵਿੱਚ ਨਵਾਂ ਜੀਵਨ ਪਾ ਲਿਆ, ਤਾਂ ਤੁਹਾਡੇ ਵਿੱਚੋਂ ਆਤਮਿਕ ਤੌਰ ਦੇ ਉੱਤੇ ਸੁਗੰਧ ਆਏਗੀ। ਸੰਤ ਪੌਲੁਸ ਕਹਿੰਦਾ ਹੈ ਮੈਂ ਹਰ ਜਗ੍ਹਾ ਮਸੀਹ ਦੀ ਸੁਗੰਧ ਨੂੰ ਫੈਲਾਉਣਾ ਹਾਂ, ਕਿਉਂਕਿ ਮੇਰੇ ਅੰਦਰ ਮਸੀਹ ਦੀ ਸੁਗੰਧ ਹਾਂ। ਮੈਂ ਧਰਤੀ ਉੱਤੇ ਮਸੀਹ ਦੀ ਸੁਗੰਧ ਹਾਂ।
ਕੀ ਤੁਸੀਂ ਮਸੀਹ ਦੀ ਸੁਗੰਧ ਹੋ ਜਾਂ ਪਹਿਲਾਂ ਵਾਲੀ ਦੁਰਗੰਧ ਆਉਂਦੀ ਹੈ ਹਜੇ ਵੀ, ਜਾਂ ਪਹਿਲੇ ਜੀਵਨ ਦੀ ਹਜੇ ਵੀ ਬਦਬੂ ਆਉਂਦੀ ਹੈ, ਜਾਂ ਤੁਹਾਡੇ ਅੰਦਰੋਂ ਮਸੀਹ ਦੀ ਸੁਗੰਧ ਆਉਂਦੀ ਹੈ। ਮਸੀਹ ਦੀ ਸੁਗੰਧ ਤੁਹਾਡੇ ਅੰਦਰੋਂ ਆਏਗੀ when you are a new creation, old thing has been passed away, ਪੁਰਾਣੀਆਂ ਚੀਜ਼ਾਂ ਚਲੀਆਂ ਗਈਆਂ, ਤੁਸੀਂ ਮਸੀਹ ਦੇ ਅੰਦਰ ਨਵੀਂ ਸ੍ਰਿਸ਼ਟੀ ਹੋ, ਤੁਸੀਂ ਮਸੀਹ ਦੇ ਅੰਦਰ ਨਵੀਂ ਸ੍ਰਿਸ਼ਟੀ ਹੋ, ਤੁਸੀਂ ਮਸੀਹ ਦੇ ਅੰਦਰ ਨਵੀਂ ਸ੍ਰਿਸ਼ਟੀ ਹੋ। ਬੋਲੋ ਆਮੈਨ, ਬੋਲੋ ਆਮੈਨ। ਕੌਣ ਮਸੀਹ ਸ੍ਰਿਸ਼ਟੀ ਹੈ? ਕੌਣ ਮਸੀਹ ਦੇ ਅੰਦਰ ਨਵੀਂ ਸ੍ਰਿਸ਼ਟੀ ਹੈ? ਕੀ ਉਹ ਭੈਣ ਜਿਹੜੀ ਤੁਹਾਨੂੰ ਐਗਜ਼ਾਮਪਲ ਦੱਸੀ, ਜਿਹੜੀ ਕੂੜਾ ਆਪਣੇ ਘਰ ਦੇ ਬਾਹਰ ਲਾਉਂਦੀ ਸੀ, ਕੂੜਾ ਲਾਉਂਦੀ ਸੀ, ਉਹ ਜਦੋਂ ਬਾਹਰ ਨਿਕਲੀ ਕ੍ਰਿਸਚਨ ਔਰਤ, ਅੱਛਾ ਕੋਈ ਨਹੀਂ ਹੁਣ ਮੈਂ ਚਰਚ ਚੱਲੀ ਆ, ਆਣ ਕੇ ਦੱਸੂ ਕਿ ਉਹ ਨਵੀਂ ਸ੍ਰਿਸ਼ਟੀ ਨਹੀਂ ਬਣੀ। ਕੌਣ ਨਵੀਂ ਸ੍ਰਿਸ਼ਟੀ ਬਣ ਗਿਆ? ਕੌਣ ਨਵੀਂ ਸ੍ਰਿਸ਼ਟੀ ਹੈ? ਇੱਕ ਔਰਤ ਇੰਗਲੈਂਡ ਦੇ ਅੰਦਰ, ਉਹ ਕਰੂਸਡ ਤੇ ਗਈ, ਰਾਤ ਨੂੰ 12 ਵਜੇ ਵਾਪਸ ਆਈ, ਉਹਦੇ ਹਸਬੰਡ ਨੇ ਕਿਹਾ ਤੂੰ ਬਾਹਰ ਸੋ, ਉਹਨੇ ਦਰਵਾਜ਼ਾ ਬੰਦ ਕਰ ਲਿਆ। ਠੰਡ ਦੇ ਦਿਨਾਂ ਦੇ ਵਿੱਚ ਉਹ ਬਾਹਰ ਸੁੱਤੀ ਰਹੀ, ਉਹ ਬਾਹਰ ਸੁੱਤੀ ਰਹੀ। ਸਵੇਰੇ ਜਦੋਂ 7 ਵਜੇ ਉਹਨੇ ਦਰਵਾਜ਼ਾ ਖੋਲਿਆ, ਉਹ ਆਪਣੇ ਹਸਬੰਡ ਨੂੰ ਕਹਿੰਦੀ ਸੌਰੀ ਮਾਈ ਡੀਅਰ ਹੱਬੀ, ਮੈਂ ਲੇਟ ਹੋ ਗਈ, ਕਹਿੰਦੀ ਉੱਠਣ ਦੇ ਵਿੱਚ, ਮੈਂ ਤੁਹਾਡੇ ਲਈ ਇੱਕ ਚਾਹ ਦਾ ਕੱਪ ਬਣਾ ਕੇ ਲੈ ਕੇ ਆਉਂਦੀ ਹਾਂ। ਇਹ ਹੈ ਨਵੀਂ ਸ੍ਰਿਸ਼ਟੀ। ਤੁਹਾਨੂੰ ਲੱਗਦਾ ਹੈ ਤੁਹਾਡਾ ਹਸਬੰਡ ਤੁਹਾਡੇ ਨਾਲ ਕਲੇਸ਼ ਕਰ ਰਿਹਾ, ਤੁਹਾਡੇ ਨਾਲ ਲੜਾਈ ਕਰ ਰਿਹਾ, ਤੁਹਾਡੇ ਨਾਲ ਲੜਾਈ ਕਰ ਰਿਹਾ, ਪਰ ਤੁਸੀਂ ਨਵੀਂ ਸ੍ਰਿਸ਼ਟੀ ਹੋ ਤਾਂ ਉਹਦੀਆਂ ਸਾਰੀਆਂ ਗੱਲਾਂ ਸਹਿ ਲਓ ਔਰ ਤੁਹਾਡਾ ਸੁਭਾਅ ਉਹਨੂੰ ਬਦਲ ਕੇ ਰੱਖ ਦੇਵੇਗਾ, ਉਹਨੂੰ ਮਜਬੂਰ ਕਰ ਦੇਗਾ ਬਦਲਣ ਦੇ ਲਈ। ਤੁਸੀਂ ਕਹਿੰਦੇ ਹੋ ਤੁਹਾਡਾ ਹਸਬੰਡ ਨਹੀਂ ਬਦਲਿਆ, ਮੈਂ ਕਹਿੰਦਾ ਹਾਂ ਤੁਸੀਂ ਨਹੀਂ ਬਦਲੇ। ਤੁਹਾਡਾ ਹਸਬੰਡ ਬਦਲ ਜਾਣਾ ਸੀ ਜੇ ਤੁਸੀਂ ਬਦਲ ਜਾਂਦੇ। ਜਾਣਦੇ ਹੋ ਔਰਤ ਦਾ ਕੀ ਨਾਮ ਹੈ? ਉਹ ਔਰਤ ਦੇ ਹਸਬੰਡ ਦਾ ਕੀ ਨਾਮ ਹੈ? ਸਮਿਥ ਵੀਗਲਸਵਰਥ। 65 ਸਾਲ ਦੀ ਉਮਰ ਪਰਮੇਸ਼ਵਰ ਨੇ ਦੇ ਹਸਬੰਡ ਨੂੰ ਕਾਲ ਕੀਤਾ ਔਰ 14 ਮੁਰਦੇ ਉਸ ਵਿਅਕਤੀ ਦੁਆਰਾ ਜ਼ਿੰਦਾ ਹੋਏ। ਮਸੀਹ ਦੀ ਕਲੀਸਿਆ ਨੂੰ ਖੜਾ ਕੀਤਾ ਉਸ ਵਿਅਕਤੀ ਨੇ। ਉਹ ਕਿਸ ਤਰ੍ਹਾਂ ਬਣਿਆ? ਉਹਦੀ ਔਰਤ ਦੇ ਅੰਦਰ ਬਦਲਾਅ ਆ ਚੁੱਕਾ ਸੀ, ਉਹ ਨਵੀਂ ਸ੍ਰਿਸ਼ਟੀ ਬਣ ਚੁੱਕੀ ਸੀ, ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਲੋਕ ਜੋ ਕਹਿੰਦੇ ਕਹੀ ਜਾਣ, ਕੋਈ ਫਰਕ ਨਹੀਂ ਪੈਂਦਾ। ਸਾਨੂੰ ਲੋਕ ਨਹੀਂ ਕਹਿੰਦੇ, ਜੋ ਮਰਜ਼ੀ ਕਹੀ ਜਾਣ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਮਸੀਹ ਦੇ ਰਾਹ ਤੇ ਚੱਲਣਾ ਹੈ ਔਰ ਰੂਹਾਂ ਨੂੰ ਜਿੱਤਣਾ ਹੈ ਔਰ ਜਿੱਤ ਕੇ ਪਰਮੇਸ਼ਵਰ ਦੇ ਰਾਜ ਦੇ ਅੰਦਰ ਲੈ ਕੇ ਜਾਣਾ ਹੈ। ਹਾਲੇਲੂਇਆ। ਹਰ ਪਰਿਸਥਿਤੀ ਵਿੱਚ ਖੁਦਾਵੰਦ ਦੇ ਨਾਲ ਆੜੇ ਤੇ ਖੜੇ ਰਵਾਂਗੇ, ਚਾਹੇ ਜਾਨ ਦੇਣ ਦੀ ਵਾਰੀ ਵੀ ਆਵੇ, ਜਾਨ ਦੇਣ ਲਈ ਵੀ ਤਿਆਰ ਰਵਾਂਗੇ। ਅਗਰ ਤੁਸੀਂ ਪਰਮੇਸ਼ਵਰ ਦੇ ਨਾਲ ਤਿਆਰ ਹੋ ਹਰ ਪਰਿਸਥਿਤੀ ਵਿੱਚ, ਉਹ ਤੁਹਾਡੀ ਜਾਨ ਨਹੀਂ ਮੰਗਦਾ, ਉਹ ਤੁਹਾਡਾ ਦਿਲ ਮੰਗਦਾ ਹੈ, ਜਿਸ ਦਿਲ ਵਿੱਚ ਆ ਕੇ ਰਹੇ। ਉਹ ਨਹੀਂ ਚਾਹੁੰਦਾ ਜੇ ਅਸੀਂ ਮਾਰੀ ਗਏ ਤਾਂ ਫਿਰ ਖੁਦਾਵੰਦ ਲਈ ਕਿੱਦਾਂ ਕੰਮ ਕਰਾਂਗੇ। ਹਾਲੇਲੂਇਆ, ਹਾਲੇਲੂਇਆ। ਬਪਤਿਸਮਾ ਲੈਣ ਤੋਂ ਬਾਅਦ ਪਹਿਲਾਂ ਵੀ ਪਰਿਵਾਰ ਦੇ ਵਿੱਚ ਭਰਾ, ਉਹਨਾਂ ਦੇ ਵਾਈਫਸ, ਉਹਨਾਂ ਦੇ ਬੱਚੇ ਲੜਦੇ ਸਨ। ਬਪਤਿਸਮਾ ਲੈਣ ਤੋਂ ਬਾਅਦ ਜ਼ਿਆਦਾ ਲੜਦੇ ਹਨ। ਫਿਰ ਕਿਹੜੀ ਨਵੀਂ ਸ੍ਰਿਸ਼ਟੀ ਹੋ? ਕਿਹੜੀ ਨਵੀਂ ਸ੍ਰਿਸ਼ਟੀ ਹੋ? ਬਪਤਿਸਮਾ ਲੈਣ ਤੋਂ ਪਹਿਲਾਂ ਵੀ ਚੁਗਲੀਆਂ ਕਰਦੇ ਸੀ, ਬਪਤਿਸਮਾ ਲੈਣ ਤੋਂ ਬਾਅਦ ਵੀ ਚੁਗਲੀਆਂ ਕਰਦੇ ਹੋ। ਕਿਹੜੀ ਨਵੀਂ ਸ੍ਰਿਸ਼ਟੀ ਹੋ? ਬਪਤਿਸਮਾ ਲੈਣ ਤੋਂ ਪਹਿਲਾਂ ਵੀ ਈਰਖਾ ਸੀ ਮਨਾਂ 'ਚ, ਬਪਤਿਸਮਾ ਲੈਣ ਤੋਂ ਬਾਅਦ ਵੀ ਮਨਾਂ 'ਚ ਈਰਖਾ ਹੈ ਔਰ ਕਹਿੰਦੇ ਮੈਂ ਪ੍ਰਭੂ ਨੂੰ ਗ੍ਰਹਿਣ ਕਰ ਲਿਆ। ਸਾਡਾ ਪ੍ਰਭੂ ਈਰਖਾ ਕਰਨੀ ਨਹੀਂ ਸਿਖਾਉਂਦਾ। ਸਾਡਾ ਪ੍ਰਭੂ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਦੂਸਰੇ ਨਾਲ ਵੈਰ ਕਰੋ, ਆਪਣੇ ਗੁਆਂਢੀ ਨਾਲ ਵੈਰ ਕਰੋ, ਆਪਣੇ ਗੁਆਂਢੀ ਦੀਆਂ ਲੱਤਾਂ ਖਿੱਚੋ। ਨਹੀਂ ਸਿਖਾਉਂਦਾ। ਪ੍ਰਭੂ ਸਹਿਣਾ ਸਿਖਾਉਂਦਾ ਹੈ। ਕੀ ਸਿਖਾਉਂਦਾ ਹੈ? ਕੀ ਸਿਖਾਉਂਦਾ ਹੈ? ਸਹਿਣਾ ਸਿਖਾਉਂਦਾ ਹੈ। ਤੁਸੀਂ ਦੁੱਖਾਂ ਨੂੰ ਸਹਿ ਲਵੋ ਤੇ ਚੁੱਪ ਰਹੋ, ਦੁੱਖਾਂ ਨੂੰ ਸਹਿ ਲਵੋ ਤੇ ਚੁੱਪ ਰਹੋ। ਪ੍ਰਭੂ ਨੇ ਕਿਹਾ ਲੜਨ ਦੀ ਲੋੜ ਨਹੀਂ, ਬਦਲਾ ਲੈਣਾ ਤੁਹਾਡਾ ਕੰਮ ਨਹੀਂ, ਮੇਰਾ ਕੰਮ ਹੈ। ਇੱਕ ਦਿਨ ਮੈਂ ਬਦਲਾ ਲੈ ਲਵਾਂਗਾ। ਲੇਕਿਨ ਹਜੇ ਤੱਕ ਪਰਮੇਸ਼ਵਰ ਧਰਤੀ ਉੱਤੇ ਪਾਪੀਆਂ ਦੇ ਧਰਮੀਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ। ਪਾਪੀਆਂ ਲਈ ਵੀ ਸੂਰਜ ਚੜਾਉਂਦਾ ਹੈ ਤੇ ਧਰਮੀਆਂ ਲਈ ਵੀ ਚੜਾਉਂਦਾ ਹੈ। ਹਜੇ ਉਹ ਚੇਂਜ ਨਹੀਂ ਕਰ ਰਿਹਾ। ਇਸ ਕਰਕੇ ਕੋਈ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਧਰਮੀ ਲੋਕ ਹਨ ਤੇ ਕਿਹੜੇ ਪਾਪੀ ਲੋਕ ਹਨ। ਕੋਈ ਫਰਕ ਨਹੀਂ ਹੈ। ਅੱਜ ਹਜੇ ਪਾਪੀ ਲੋਕ ਜ਼ਿਆਦਾ ਵੱਧਦੇ ਹਨ ਤੇ ਧਰਮੀ ਲੋਕ ਵੀ ਕਹਿੰਦੇ ਹਨ ਦੇਖ ਪ੍ਰਭੂ ਪਾਪੀ ਕਿਦਾਂ ਵੱਧ ਰਹੇ, ਉਹ ਸਾਰੀਆਂ ਗਲਤ ਕੰਮ ਵੀ ਕਰਦੇ, ਆ ਵੀ ਕਰਦੇ, ਉਹ ਵੀ ਕਰਦੇ, ਆ ਵੀ ਕਰਦੇ, ਲੇਕਿਨ ਉਹਨਾਂ ਕੋਲ ਗੱਡੀਆਂ ਹਨ, ਕਾਰਾਂ ਹਨ, ਫਲਾਨਾ ਹੈ, ਇਹ ਹੈ, ਉਹ ਹੈ।
ਪਤਾ ਕਿਹੜਾ ਕਿਹੜਾ ਧਰਮੀ ਕਹਿੰਦਾ ਹੈ? ਜਿਹੜਾ ਬਦਲਿਆ ਨਹੀਂ ਹੈ ਜੀ, ਜਿਹਦੀਆਂ ਹਜੇ ਵੀ ਅੱਖਾਂ ਕਾਰਾਂ ਗੱਡੀਆਂ ਮੋਟਰਾਂ ਤੇ ਲੱਗੀਆਂ ਹਨ, ਉਹ ਵਾਲਾ ਧਰਮੀ ਕਹਿੰਦਾ ਹੈ। ਜਿਹੜਾ ਸਹੀ ਧਰਮੀ ਬਣ ਚੁੱਕਾ ਹੈ, ਉਹਨੂੰ ਮਤਲਬ ਹੀ ਨਹੀਂ ਉਸ ਚੀਜ਼ ਦੇ ਨਾਲ, ਕਿਹੜੀ ਕਾਰ ਹੈ, ਕਿਹੜੀ ਚੀਜ਼ ਹੈ, ਕਿਹੜੀ ਮੋਟਰਸਾਈਕਲ ਹੈ, ਕਿਹੜੀ ਬਾਈਕ ਹੈ, ਡਜ਼ਨਟ ਮੈਟਰ। ਕਿ ਪ੍ਰਭੂ ਯਿਸੂ ਮਸੀਹ ਦੇ ਕੋਲ ਕੋਈ ਕਾਰ ਸੀ, ਸਕੂਟਰ ਸੀ, ਮੋਟਰਸਾਈਕਲ ਸੀ? ਉਸ ਸਮੇਂ ਜੇ ਨਹੀਂ ਵੀ ਬਣਿਆ, ਪ੍ਰਭੂ ਪੈਦਲ ਜਾਂਦੇ ਸੀ। 1 ਲੱਖ ਕਿਲੋਮੀਟਰ ਪ੍ਰਭੂ ਨੇ ਪੈਦਲ ਯਾਤਰਾ ਕੀਤੀ। ਹਾਲੇਲੂਇਆ। ਉਹ ਹਰ ਜਗ੍ਹਾ ਸੁਸਮਾਚਾਰ ਸੁਣਾਉਣ ਦੇ ਲਈ ਉਹਦਾ ਮਨ ਪ੍ਰੇਰਿਤ ਰਹਿੰਦਾ ਸੀ। ਜਦੋਂ ਪ੍ਰਭੂ ਇੱਕ ਜਗ੍ਹਾ ਤੋਂ ਜਾ ਰਹੇ, ਯਰੂਸ਼ਲਮ ਤੋਂ ਯਹੂਦੀਆ ਵਿੱਚ ਜਾ ਰਹੇ, ਯਹੂਦੀਆ ਵਿੱਚ ਪ੍ਰਭੂ ਨੇ ਜਾਣਾ ਸੀ, ਲੇਕਿਨ ਪ੍ਰਭੂ ਸਾਈਡ ਤੇ ਸਾਮਰੀਆ ਵੱਲ ਚਲੇ ਗਏ। 20 ਕਿਲੋਮੀਟਰ ਸਾਮਰੀਆ ਸੀ ਉਸ ਜਗ੍ਹਾ ਤੋਂ, ਔਰ ਪ੍ਰਭੂ को ਕਾਰ नहीं सी, कोई मोटरसाइकिल नहीं सी, ਈਵਨ ਦਨ ਗੱਡਾ ਵੀ ਨਹੀਂ ਸੀ, ਈਵਨ ਦਨ ਉਸ ਸਮੇਂ ਖੋਤਾ ਵੀ ਨਹੀਂ ਸੀ, ਉਹ ਗਧਾ ਵੀ ਨਹੀਂ ਸੀ। ਪ੍ਰਭੂ 20 ਕਿਲੋਮੀਟਰ ਗਏ ਔਰ 20 ਕਿਲੋਮੀਟਰ ਜਾ ਕੇ ਉਸ ਸਾਮਰੀ ਔਰਤ ਨਾਲ ਗੱਲ ਕੀਤੀ, ਔਰ ਉਸ ਸਾਮਰੀ ਔਰਤ ਨੂੰ ਔਰ ਉਹ ਆਪਣਾ ਕੜਾ ਛੱਡ ਕੇ ਪਿੰਡ ਵਿੱਚ ਚਲੀ ਗਈ। ਉਹ ਪੂਰੇ ਪਿੰਡ ਨੂੰ ਲੈ ਕੇ ਆਈ, ਕਹਿੰਦੀ ਮੈਂ ਉਧਾਰਕਰਤਾ ਨੂੰ ਪਾ ਲਿਆ ਹੈ, ਸੱਚਮੁੱਚ ਮੈਂ ਮਸੀਹ ਨੂੰ ਪਾ ਲਿਆ ਹੈ। ਤੁਸੀਂ ਵੀ ਆ ਕੇ ਮਸੀਹ ਨੂੰ ਦੇਖ ਲਓ। ਅਗਰ ਤੁਹਾਡਾ ਜੀਵਨ ਪਰਿਵਰਤਿਤ ਹੋ ਚੁੱਕਾ ਹੈ, ਤੁਸੀਂ ਆਪਣਾ ਕੜਾ ਛੱਡ ਕੇ, ਆਪਣੇ ਕੰਮਾਂ ਨੂੰ ਛੱਡ ਕੇ ਤੁਸੀਂ ਸੰਸਾਰ ਦੇ ਵਿੱਚ ਜਾਓਗੇ ਔਰ ਕਹੋਗੇ ਮੈਂ ਮਸੀਹ ਨੂੰ ਪਾ ਲਿਆ ਹੈ, ਔਰ ਲੋਕ ਤੁਹਾਡੇ ਪਿੱਛੇ ਆਉਣਗੇ, ਕਿਉਂਕਿ ਤੁਹਾਡੇ ਕੋਲ ਕੜਾ ਨਹੀਂ ਹੈ। ਉਹ ਕੜਾ ਲੈ ਕੇ ਨਹੀਂ ਗਈ, ਛੱਡ ਕੇ ਗਈ। ਜਦੋਂ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਬੁਲਾਇਆ, ਉਹਨੇ ਜਾਲ ਛੱਡ ਦਿੱਤੇ। ਇੰਦਰਿਆਸ ਨੂੰ ਬੁਲਾਇਆ, ਉਹਨੇ ਜਾਲ ਛੱਡ ਦਿੱਤੇ। ਜਿਸ ਨੂੰ ਪ੍ਰਭੂ ਨੇ ਕਾਲ ਕੀਤਾ, ਉਹਨੇ ਆਪਣੇ ਜਾਲਾਂ ਨੂੰ ਛੱਡ ਦਿੱਤਾ। ਜੇ ਮਤੀ ਨੂੰ ਪ੍ਰਭੂ ਨੇ ਬੁਲਾਇਆ, ਉਹ ਟੈਕਸ ਕਲੈਕਟਰ ਸੀ, ਚੁੰਗੀ ਲੈਣ ਵਾਲਾ ਸੀ, ਉਹਨੇ ਚੁੰਗੀ ਦੀ ਚੌਂਕੀ ਨੂੰ ਛੱਡ ਦਿੱਤਾ, ਪੈਸੇ ਵੀ ਨਹੀਂ ਗਿਣੇ, ਛੱਡ ਕੇ ਚਲਾ ਗਿਆ। ਹਾਲੇਲੂਇਆ। ਦ ਰੀਅਲੀ ਰਿਪੈਂਟੈਂਸ, अगर सचमुच रिपेंटेंस है तो ਤੁਹਾਡੇ ਜੀਵਨ ਦੇ ਅੰਦਰ ਬਦਲਾਵ ਹੋਏਗਾ, ਔਰ ਉਹ ਬਦਲਾਵ ਮਜਬੂਰ ਕਰ ਦੇਗਾ ਦੂਸਰੇ ਲੋਕਾਂ ਨੂੰ ਬਦਲਣ ਦੇ ਲਈ। ਬੋਲੋ ਆਮੇਨ, ਬੋਲੋ ਆਮੇਨ। ਬਾਈਬਲ 'ਚ ਲਿਖਿਆ, ਪ੍ਰਭੂ ਯਿਸੂ ਮਸੀਹ ਨੇ ਕਿਹਾ, ਯਹੂਨਾ ਦੀ ਅੰਜੀਲ 11 ਅਧਿਆਇ ਦੀ 26 ਆਇਤ 'ਚ ਲਿਖਿਆ, यस पढ़ो। और जो कोई जीवित है और मुझ पर विश्वास करता है, वह अनंत काल तक न मरेगा। हालेलुया। प्रभु यीशु मसीह ने कहा, जो कोई जीवित है और मुझ पर विश्वास करता है, वह अनंत काल तक ना मरेगा। अनंत काल समझते हो? ਅਸੀਂ ਕਦੀ ਵੀ ਮਰਨਾ ਨਹੀਂ ਹੈ, ਅਸੀਂ ਅਮਰ ਹੋ ਗਏ ਹਾਂ। ਬੋਲੋ ਆਮੇਨ। ਮੇਰੇ ਵੱਲ ਦੇਖੋ, ਅਸੀਂ ਅਮਰ ਹੋ ਚੁੱਕੇ ਹਾਂ। ਅਮਰਤਾ ਕਿੱਥੇ ਹੈ? ਅਮਰਤਾ ਹੈ। ਜੇ ਤੁਹਾਡਾ ਸੁਭਾਅ ਬਦਲਿਆ ਹੈ ਤਾਂ ਤੁਸੀਂ ਅਮਰਤਾ ਵਿੱਚ ਚੱਲ ਰਹੇ ਹੋ। ਅਨੰਤ ਕਾਲ ਵਿੱਚ ਤੁਸੀਂ ਪੈਰ ਰੱਖ ਲਿਆ ਹੈ, ਕਦੀ ਵੀ ਨਹੀਂ ਮਰਨਾ, ਕਦੀ ਵੀ ਨਹੀਂ ਮਰਨਾ। एलिया और हनोक जिंदा स्वर्ग में उठाए गए, जिंदा एलिया ते हनोक स्वर्ग में उठाए गए। आज भी वो देह दे नाल परमेश्वर दे कोल हन, देह समेत। एलिया ते हनोक देह समेत परमेश्वर दे कोल हन। जिस समय मसीहा धरती उत्ते नहीं सी आया, उस समय भी एलिया ते हनोक जिंदा उठाए गए। हालेलुया, हालेलुया। तो तुसी सुनिया है, मैनू बहुत बार मैं तुहानू दस्या है, मैं जिंदा देव उठाया जावांगा। कि तुहाडा इन्ना विश्वास खुदावंद दे उत्ते है। एलिया जिंदा उठाया देह सहित, हनोक जिंदा उठाएगा देह सहित। मूसा किन्ना परमेश्वर ने यूज किया, लेकिन मूसा मर गया, उसकी पार्थिव देह मर गई। मूसा परमेश्वर दे कोल है आत्मा दे अंदर, यशाया परमेश्वर दे कोल है आत्मा दे अंदर, यिर्मयाह परमेश्वर दे कोल है आत्मा दे अंदर, हिजकिय्याह परमेश्वर दे कोल है आत्मा दे अंदर, दानियल परमेश्वर दे कोल है आत्मा दे अंदर। लेकिन एलिया और हनोक परमेश्वर दे कोल हन शरीर दे अंदर। शरीर दे नाल वो परमेश्वर दे कोल हन। हालेलुया। बाइबल च लिखा,
जो कोई मेरे ते विश्वास करेगा वो अनंत काल तक ना मरेगा। असी अनंत काल तक नहीं मरांगे, क्योंकि हुण असी मरना नहीं है, साडी दूसरी मौत नहीं होएगी। असी मर चुके हां ऑलरेडी यीशु मसीह दे नाल, असी मर चुके हां, साडा जीवन मर चुका है, साडा सुभाव मर चुका है, साडी पहली लाइफ मर चुकी है। असी जिंदा हां, साडे विच मसीह जिंदा है। असी जिंदा हां मसीह दे कम्मां दे लई, असी जिंदा हां मसीह दे राज दे लई, असी जिंदा हां मसीह दे कम करन दे लई, असी जिंदा हां रूहां नूं बचाउण दे लई, असी जिंदा हां ओदे दुखां नूं, ओदे दर्दां नूं, ओदे छेदां नूं लैके चलण दे लई, ओदे दुखां नूं दिखाउण दे लई, ओदे प्रचार नूं करन दे लई, ओदे राज नूं ਵਧਾਉਣ दे लई, ओदे राज्यां नूं एस्टैबलिश करन दे लई, ओदी किंगडम नूं बनाउण दे लई असी जिंदा हां तां मसीह दे कम्मां दे लई जिंदा हां। पौलुस कहता है हुण मेरे विच मैं जिंदा नहीं रहा, मेरे विच मसीह जिंदा है। हुण मेरे विच मैं जिंदा नहीं रहा, मेरे विच मसीह जिंदा है। अगर मेरे विच मसीह जिंदा है तो मैं मसीह दे कम्मां नूं करांगा। हालेलुया, हालेलुया। इसलिए अगर तुसी विश्वास करते हो तो तुसी अनंत काल तक नहीं मरना है। अपने जीवन नूं परिवर्तित करो, अपने जीवन नूं बदल दियो, अपने सुभाव नूं मार दियो, अपने सुभाव नूं खत्म कर दियो जिहड़ा परमेश्वर दे कम्मां दे विरोध विच है, जिहड़ा परमेश्वर दे राज दे विरोध विच है, जिहड़ा सुभाव परमेश्वर दे आड़े आउंदा है, उस सुभाव नूं मार दियो। उन्हां सोचां नूं खत्म कर दियो जिहड़ियां परमेश्वर दे नाल चलण नहीं दिंदियां। उन्हां सोचां नूं खत्म कर दियो और रिश्ते खत्म कर दियो जिहड़े परमेश्वर नाल चलण नहीं दिंदे, और रिश्ते खत्म कर दियो और तुसीं परमेश्वर दे नाल चल सकदे हो। हालेलुया, हालेलुया। कहना बहुत सौखा है मसीह दे नाल चलना, उन्होंने करके दिखाना पैंदा है, उन्होंने करके दिखाना पैंदा है। जो दुखों विचों गुजरते हो, जो तकलीफों विचों गुजरते हो, जो कोई भी तुहानू देखता नहीं है और रात रात बैठ के रोंदे हो, उदों पता लगता है केड़ा खुदा दे नाल चल रहा है। जो कोई आस नहीं हुंदी, जो कोई साथ देने वाला नहीं हुंदा, सारे पासों समस्यावां आउंदियां हन, उदों पता लगता है तुसीं मसीह नाल चल रहे हो कि नहीं। हालेलुया, हालेलुया। वचन च लिखिया यूहन्ना दी अंजील 21 अध्याय उहदी 20 और 21 आयत पढ़ो। हाँ जी। पतरस ने मुड़कर उस चेले को पीछे आते देखा जिससे यीशु प्रेम रखता था और जिसने भोजन के समय उसकी छाती की ओर झुककर पूछा था, हे प्रभु, तेरा पकड़वाने वाला कौन है? उसे देखकर पतरस ने यीशु से कहा, हे प्रभु, इसका क्या हाल होगा? यीशु ने उससे कहा, यदि मैं चाहूं कि वह मेरे आने तक ठहरा रहे तो तुझे इससे क्या, तू मेरे पीछे हो ले। हालेलुया, हालेलुया। प्रभु यीशु मसीह ने पतरस की मौत की भविष्यवाणी की। प्रभु यीशु मसीह ने पतरस नूं कहा, मैं तुझसे सच कहता हूं, 18 च लिखिया, जब तू जवान था तो कमर बांध कर जहां चाहता था वहां फिरता था, जब तू बूढ़ा होगा तो अपने हाथ फैलाएगा, दूसरा तेरी कमर बांध कर जहां तू जाना चाहेगा वहां तुझे ले जाएगा। प्रभु यीशु मसीह ने पतरस की मौत का संकेत दिता सी कि पतरस बुढ़ा होकर मरेगा, और पतरस के मन में जिज्ञासा सी कि पतरस प्रभु नूं पूछे कि प्रभु, आ जिहड़ा यूहन्ना है ना तुहाडी छाती ते सिर रख के सौण वाला बंदा है, इहदा की होएगा? प्रभु ने कहा कि तैनू की मतलब, भावें ए मेरे आउण तक जिंदा रहे, मेरे आउण तक। और यूहन्ना की लाश नहीं मिली। क्यों नहीं मिली? क्योंकि यूहन्ना जिंदा है। दिस इज माई फेथ, ये मेरा विश्वास है। ही इज अलाइव, वो जिंदा है आज तक। बाइबल च लिखा, प्रभु दे शब्द जिहड़े सानू कदी नहीं टलदे, जो प्रभु ने कह दिता वो हो गया। ही इज ए क्रिएटर गॉड। उन्हें क्रिएट करने लिए सिर्फ बोलना ही काफी है। वो क्रिएटर गॉड है। उन्हें कह दिता
ਤੈਨੂੰ ਕੀ ਮਤਲਬ, ਮੇਰੇ ਆਉਣ ਤੱਕ ਇਹ ਜ਼ਿੰਦਾ ਰਹੇ। ਔਰ ਯਹੋਨਾ ਅੱਜ ਵੀ ਜ਼ਿੰਦਾ ਹੈ, ਦੇ ਸਹਿਤ, ਦੇ ਰਹਿਤ ਨਹੀਂ, ਦੇ ਸਹਿਤ। ਅਗਰ ਤੁਸੀਂ ਪਰਮੇਸ਼ਵਰ ਨਾਲ ਚੱਲਦੇ ਹੋ ਤਾਂ ਅਸੀਂ ਅਨੰਤ ਕਾਲ ਵਿੱਚ ਚੱਲ ਰਹੇ ਹਾਂ। ਮੈਂ ਤੁਹਾਨੂੰ ਦੱਸਿਆ ਯਹੋਨਾ ਅਨੰਤ ਕਾਲ ਵਿੱਚ ਚੱਲ ਰਿਹਾ ਸੀ। ਅਨੰਤ ਕਾਲ ਦੇ ਲਈ ਦੁੱਖ ਉਠਾਉਣਾ ਪੈਂਦਾ ਹੈ। ਅਨੰਤ ਕਾਲ ਵਿੱਚ ਚੱਲਣ ਲਈ ਦੁੱਖ ਉਠਾਉਣਾ ਪੈਂਦਾ ਹੈ। ਯਸ਼ਾਇਆ ਨੇ ਜਦੋਂ ਪੁਸਤਕ ਲਿਖੀ, ਯਸ਼ਾਇਆ ਦੀ ਪੁਸਤਕ ਲਿਖਣ ਦੇ ਲਈ ਰਾਜੇ ਨੇ ਯਸ਼ਾਇਆ ਨੂੰ ਉਲਟਾ ਲਟਕਾਇਆ ਔਰ ਆਰੇ ਨਾ ਵਿੱਚੋਂ ਚੀਰ ਦਿੱਤਾ। ਤੁਸੀਂ ਨਹੀਂ ਜਾਣਦੇ, ਜਿਹੜੀ ਬਾਈਬਲ ਨੂੰ ਤੁਸੀਂ ਪੜ੍ਹ ਰਹੇ ਹੋ, ਇਹਦੇ ਲਈ ਕਿੰਨੇ ਲੋਕਾਂ ਨੇ ਆਪਣਾ ਖੂਨ ਬਹਾਇਆ ਹੈ। ਸਤਿਫਨੁਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ। ਯਹੋਨਾ ਨੂੰ ਗਰਮ ਕੜਾਈ ਵਿੱਚ ਪਾਇਆ ਗਿਆ ਪਰ ਉਹਦੀ ਮੌਤ ਨਹੀਂ ਹੋਈ। ਉਹਨਾਂ ਨੇ ਯਹੋਨਾ ਨੂੰ ਪਤਮਸ ਟਾਪੂ ਤੇ ਭੇਜ ਦਿੱਤਾ, ਜਿੱਥੇ ਯਹੋਨਾ ਨੇ ਪ੍ਰਕਾਸ਼ਿਤ ਵਾਕਿਆ ਲਿਖਿਆ। ਪਤਰਸ ਨੂੰ ਉਲਟਾ ਲਟਕਾ ਦਿੱਤਾ, ਉਲਟਾ ਕ੍ਰਾਸ ਦੇ ਉੱਤੇ ਲਟਕਾ ਦਿੱਤਾ। ਕਿੰਨੇ ਚੇਲਿਆਂ ਦੀ ਕਿੰਨੀ ਭਿਆਨਕ ਮੌਤ ਹੋਈ। ਹਰ ਇੱਕ ਚੇਲਾ ਬੜੀ ਭਿਆਨਕ ਮੌਤ ਨਾਲ ਮਾਰਿਆ ਗਿਆ। ਯਾਕੂਬ ਨੂੰ ਤਲਵਾਰ ਦੇ ਨਾਲ ਰਾਜੇ ਨੇ ਉਹਦੀ ਗਰਦਨ ਨੂੰ ਵੱਢ ਦਿੱਤਾ। ਪੌਲੁਸ ਨਾਲ ਵੀ ਇਸੇ ਤਰ੍ਹਾਂ ਹੋਇਆ। ਪੌਲੁਸ ਨੂੰ ਜਦੋਂ ਲੈ ਕੇ ਗਏ ਰੋਮ ਦੇ ਅੰਦਰ, ਤਾਂ ਪੌਲੁਸ ਨੂੰ ਵੀ ਉਹਨਾਂ ਨੇ ਕਿਹਾ ਸਿਰ ਝੁਕਾ। ਜਦੋਂ ਪੌਲੁਸ ਨੇ ਸਿਰ ਝੁਕਾਇਆ, ਗਰਦਨ, ਤਾਂ ਉਹਦੀ ਗਰਦਨ ਤੇ ਤਲਵਾਰ ਮਾਰ ਕੇ ਉਹਦੀ ਸਿਰ ਨੂੰ ਵੱਢ ਦਿੱਤਾ। ਲੇਕਿਨ ਉਸ ਸਮੇਂ ਪੌਲੁਸ ਸਵਰਗ ਦੇ ਅੰਦਰ ਸੀ। ਉਸ ਤੋਂ ਪਹਿਲਾਂ ਹੀ ਉਹਦਾ ਆਤਮਾ ਸਵਰਗ ਵਿੱਚ ਪਹੁੰਚ ਚੁੱਕਾ ਸੀ। ਜਦੋਂ ਸਾਡਾ ਦਰਸ਼ਨ ਸਵਰਗ ਹੈ ਤੇ ਸਾਡੇ ਸਰੀਰ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪਏਗਾ, ਕਿਉਂਕਿ ਸਾਡਾ ਆਤਮਾ ਸਵਰਗ ਦੀ ਲਾਲਸਾ ਕਰਦਾ ਹੈ। ਸਾਡਾ ਪ੍ਰਾਣ ਸਵਰਗ ਦੀ ਲਾਲਸਾ ਕਰਦਾ ਹੈ। ਸਾਡੀ ਆਤਮਾ ਸਵਰਗ ਦੀ ਲਾਲਸਾ ਕਰਦੀ ਹੈ ਔਰ ਸਾਡਾ ਅਸਲੀ ਘਰ ਸਵਰਗ ਦੇ ਅੰਦਰ ਹੈ। ਸਾਡੀ ਆਤਮਾ ਨੂੰ ਕੋਈ ਮਾਰ ਨਹੀਂ ਸਕਦਾ। ਸਰੀਰ ਨਾਸ਼ਵਾਨ ਹੈ, ਲੇਕਿਨ ਆਤਮਾ ਅਮਰ ਹੈ। ਆਤਮਾ, ਉਹ ਕਿਹੜੀ ਆਤਮਾ ਅਮਰ ਹੈ? ਜਿਹੜੀ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੀ ਹੈ ਕਿ ਯੀਸ਼ੂ ਮਸੀਹ ਮੇਰੇ ਲਈ ਮਰ ਗਿਆ ਔਰ ਮੇਰੇ ਲਈ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਅੱਜ ਵੀ ਜ਼ਿੰਦਾ ਹੈ। ਉਹ ਅਮਰਤਾ ਦੇ ਵਿੱਚ ਚੱਲ ਰਹੀ ਹੈ। ਉਹ ਅਨੰਤ ਕਾਲ ਵਿੱਚ ਆਤਮਾ ਚੱਲ ਰਹੀ ਹੈ। ਆਮੇਨ, ਆਮੇਨ। ਬਾਈਬਲ 'ਚ ਲਿਖਿਆ, ਜੋ ਪ੍ਰਭੂ ਦੀ ਸੰਗਤੀ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਆਤਮਾ ਹੋ ਜਾਂਦਾ ਹੈ। ਜੋ ਪ੍ਰਭੂ ਦੀ ਸੰਗਤੀ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਆਤਮਾ ਹੋ ਜਾਂਦਾ ਹੈ। ਜੇ ਤੁਹਾਡੇ ਕੰਨਾਂ ਨੂੰ ਰੋਜ਼ ਪਰਮੇਸ਼ਵਰ ਦੀ ਆਵਾਜ਼ ਸੁਣਨ ਦੀ ਆਦਤ ਪੈ ਗਈ, ਜੇ ਤੁਸੀਂ ਰੋਜ਼ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹੋ, ਤਾਂ ਤੁਹਾਡਾ ਆਤਮਾ ਪ੍ਰਭੂ ਦਾ ਆਤਮਾ ਇੱਕ ਆਤਮਾ ਹੋ ਜਾਏਗਾ। ਜਿਸ ਤਰ੍ਹਾਂ ਯੀਸ਼ੂ ਮਸੀਹ ਨੇ ਕਿਹਾ, ਮੈਂ ਤੇ ਪਿਤਾ ਇੱਕ ਹਾਂ, ਮੇਰਾ ਆਤਮਾ ਪਿਤਾ ਦਾ ਆਤਮਾ ਇੱਕ ਆਤਮਾ ਹੈ। ਉਸੇ ਤਰ੍ਹਾਂ ਸਾਡਾ ਆਤਮਾ ਯੀਸ਼ੂ ਦਾ ਆਤਮਾ ਇੱਕ ਆਤਮਾ ਹੋ ਜਾਏਗਾ। ਸਾਡਾ ਆਤਮਾ ਪਵਿੱਤਰ ਆਤਮਾ ਇੱਕ ਆਤਮਾ ਹੋ ਜਾਏਗਾ। ਸਾਡਾ ਆਤਮਾ ਪ੍ਰਭੂ ਦਾ ਆਤਮਾ ਇੱਕ ਆਤਮਾ ਹੋ ਜਾਏਗਾ। ਜਦੋਂ ਅਸੀਂ ਪ੍ਰਭੂ ਦੇ ਨਾਲ ਇੱਕ ਹੋ ਜਾਵਾਂਗੇ, ਜਦੋਂ ਅਸੀਂ ਪ੍ਰਭੂ ਦੀ ਸੰਗਤੀ 'ਚ ਰਹਿੰਦੇ ਹਾਂ ਔਰ ਸਾਡਾ ਆਤਮਾ ਉਹਦੇ ਨਾਲ ਇੱਕ ਹੋ ਜਾਂਦਾ ਹੈ, ਅਸੀਂ ਜੋ ਚਾਹਾਂਗੇ ਖੁਦਾ ਉਹ ਕਰਦਾ ਹੈ, ਜੋ ਮੰਗਦੇ ਹਾਂ ਖੁਦਾ ਦਿੰਦਾ ਹੈ। ਕਿਉਂਕਿ ਸਾਡਾ ਆਤਮਾ ਉਹਦੀ ਆਤਮਾ ਦੇ ਨਾਲ ਇੱਕ ਆਤਮਾ ਹੋ ਚੁੱਕਾ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ, ਜੋ ਵੈਸ਼ਿਆ ਦੀ ਸੰਗਤੀ ਕਰਦਾ ਹੈ ਉਹਦਾ ਸਰੀਰ ਵੈਸ਼ਿਆ ਦੇ ਸਰੀਰ ਦੇ ਨਾਲ ਇੱਕ ਹੋ ਜਾਂਦਾ ਹੈ। ਔਰ ਜਿਹੜਾ ਆਤਮਾ ਪ੍ਰਭੂ ਦੀ ਸੰਗਤੀ ਕਰਦਾ ਹੈ ਉਹਦਾ ਆਤਮਾ ਪ੍ਰਭੂ ਦੇ ਨਾਲ ਇੱਕ ਆਤਮਾ ਹੋ ਜਾਂਦਾ ਹੈ। ਔਰ ਉਹ ਪ੍ਰਭੂ ਦੀਆਂ ਗੱਲਾਂ ਧਰਤੀ ਉੱਤੇ ਦੱਸ ਸਕਦਾ ਹੈ, ਪ੍ਰਭੂ ਦੇ ਮਨਨ ਨੂੰ ਧਰਤੀ ਉੱਤੇ ਦੱਸ ਸਕਦਾ ਹੈ, ਪ੍ਰਭੂ ਦੇ ਪਲਾਨ ਨੂੰ ਧਰਤੀ ਉੱਤੇ ਪ੍ਰਗਟ ਕਰ ਸਕਦਾ ਹੈ, ਕਿਉਂਕਿ ਉਹਦਾ ਆਤਮਾ ਪ੍ਰਭੂ ਦੀ ਆਤਮਾ ਦੇ ਨਾਲ ਇੱਕ ਆਤਮਾ ਹੋ ਚੁੱਕਾ ਹੈ। ਬੋਲੋ ਆਮੇਨ, ਬੋਲੋ ਆਮੇਨ। ਇਸ ਲਈ ਬਾਈਬਲ 'ਚ ਲਿਖਿਆ, ਪਹਿਲਾ ਕੁਰਿੰਥੀਆਂ 15 ਅਧਿਆਏ ਉਹਦੀ 50 ਤੋਂ ਪੜੋ, 50 ਤੋਂ 55 ਤੱਕ पढ़ दियो। हे भाइयों, मैं ये कहता हूं कि मांस और लहू परमेश्वर के राज्य के अधिकारी नहीं हो सकते और न नाशवान अविनाशी का अधिकारी हो सकता है। देखो, मैं तुमसे भेद की बात कहता हूं, हम सब नहीं सोएंगे परंतु सब बदल जाएंगे। हम सब नहीं सोएंगे परंतु सब बदल जाएंगे। और एक क्षण भर में पलक मारते ही अंतिम तुरी फूंकते ही होगा, क्योंकि तुरी फूंकी जाएगी और मुर्दे अविनाशी दशा में उठाए जाएंगे और हम बदल जाएंगे। क्योंकि अवश्य है कि यह नाशवान देह अविनाश को पहन ले और यह मरणहार देह अमरता को पहन ले। और जब यह नाशवान अविनाश को पहन लेगा और यह मरणहार अमरता को पहन लेगा, तब वह वचन जो लिखा है पूरा हो जाएगा, जय ने मृत्यु को निगल लिया। हे मृत्यु, तेरी जय कहाँ रही? हे मृत्यु, तेरा डंक कहाँ रहा? हालेलुया। अगर तुसी ना वचना दे उत्ते मनन करो
ਤਾਂ ਸੱਚਮੁੱਚ ਤੁਹਾਡਾ ਆਤਮਾ ਆਨੰਦਿਤ ਹੋ ਉੱਠੇਗਾ। ਬਾਈਬਲ 'ਚ ਇਸ ਜਗ੍ਹਾ ਤੇ ਪੌਲੁਸ ਲਿਖਦਾ ਹੈ, ਮਾਂਸ ਤੇ ਲਹੂ ਪਰਮੇਸ਼ਵਰ ਦੇ ਰਾਜਾਂ ਦੇ ਅਧਿਕਾਰੀ ਨਹੀਂ ਹੋ ਸਕਦੇ। ਜਿਹਨੂੰ ਜੋ ਪ੍ਰਕਾਸ਼ਨ ਮਿਲਦਾ ਹੈ ਉਹ ਪ੍ਰਕਾਸ਼ਨ ਨੂੰ ਲਿਖਦਾ ਹੈ। ਏਲੀਆ ਮਾਂਸ ਔਰ ਲਹੂ ਦੇ ਵਿੱਚ ਪਰਮੇਸ਼ਵਰ ਦੇ ਕੋਲ ਹੈ, ਹਨੋਕ ਮਾਂਸ ਔਰ ਲਹੂ ਦੇ ਵਿੱਚ ਪਰਮੇਸ਼ਵਰ ਦੇ ਕੋਲ ਹੈ, ਯਹੂਨਾ ਮਾਂਸ ਔਰ ਲਹੂ ਵਿੱਚ ਜ਼ਿੰਦਾ ਹੈ। ਹਾਲੇਲੂਇਆ। ਵਚਨ 'ਚ ਲਿਖਿਆ, ਇਹ ਭੇਤ ਦੀ ਗੱਲ ਹੈ, ਅਸੀਂ ਸੌਵਾਂਗੇ ਨਹੀਂ, ਅਸੀਂ ਪਲਕ ਝਪਕਦੇ ਬਦਲ ਜਾਵਾਂਗੇ। ਸਾਡੀ ਬਾਡੀ ਗਲੋਰੀਫਾਈ ਬਾਡੀ ਹੋ ਜਾਏਗੀ। ਆਮੈਨ। ਸਾਡੇ ਸਰੀਰ ਬਦਲ ਜਾਣਗੇ, ਮਹਿਮਾਮਈ ਸਾਮਰਥ ਨੂੰ ਸਾਡੇ ਸਰੀਰ ਪਹਿਨ ਲੈਣਗੇ। ਸਾਡੀ ਆਤਮਾ ਮਹਿਮਾਮਈ ਸਾਮਰਥ ਨੂੰ ਪਹਿਨ ਲਏਗੀ। ਸਾਡੀ ਬਾਡੀ ਗਲੋਰੀਫਾਈ ਹੋ ਜਾਏਗੀ, ਸਾਡਾ ਸਰੀਰ ਚਮਕਣ ਲੱਗ ਜਾਏਗਾ। ਹਾਲੇਲੂਇਆ। ਇੱਕ ਪਰਮੇਸ਼ਵਰ ਦੇ ਸੰਤ, ਉਹਨਾਂ ਨੇ ਸਵਰਗ ਅੰਦਰ ਵਿਜ਼ਿਟ ਕੀਤਾ, ਉਹਨਾਂ ਨੇ ਦੇਖਿਆ, ਉਹ ਕਹਿੰਦੇ ਮੈਂ ਕੀ ਦੇਖਿਆ? ਮੈਂ ਏਲੀਆ ਤੇ ਹਨੋਕ ਨੂੰ ਦੇਖਿਆ, ਉਹ ਸੋਨੇ ਦੇ ਸਮਾਨ ਸਵਰਗ ਵਿੱਚ ਚਮਕ ਰਹੇ ਹਨ। ਜਿਸ ਤਰ੍ਹਾਂ ਸੋਨਾ ਚਮਕਦਾ ਹੈ, ਏਲੀਆ ਔਰ ਹਨੋਕ ਸੋਨੇ ਦੇ ਸਮਾਨ ਨਜ਼ਰ ਆਉਂਦੇ ਹਨ, ਔਰ ਉਹਨਾਂ ਦੇ ਮੂੰਹ ਦੇ ਉੱਤੇ ਇੰਨਾ ਜ਼ਬਰਦਸਤ ਪ੍ਰਕਾਸ਼ ਹੈ ਜਿਹੜਾ ਦੇਖਿਆ ਨਹੀਂ ਜਾ ਸਕਦਾ। ਸਵਰਗ ਦੇ ਅੰਦਰ। ਹਾਲੇਲੂਇਆ, ਹਾਲੇਲੂਇਆ। ਜੇ ਤੁਸੀਂ ਪਰਮੇਸ਼ਵਰ ਦੇ ਨਾਲ ਚੱਲਦੇ ਹੋ ਤਾਂ ਤੁਸੀਂ ਅਦਭੁਤ ਗਿਆਨ ਨੂੰ ਪ੍ਰਾਪਤ ਕਰੋਗੇ, ਅਦਭੁਤ ਸਾਮਰਥ ਨੂੰ ਪ੍ਰਾਪਤ ਕਰੋਗੇ, ਕਿਉਂਕਿ ਜਿਹੜੇ ਪਵਿੱਤਰ ਆਤਮਾ ਦੇ ਵਰਦਾਨ ਹਨ, ਬੁੱਧੀ ਤੇ ਗਿਆਨ ਦਾ ਵਰਦਾਨ ਸਵਰਗ ਦੇ ਅੰਦਰ ਕੰਮ ਕਰਦਾ ਹੈ। ਬੁੱਧੀ ਦਾ ਤੇ ਗਿਆਨ ਦਾ ਵਰਦਾਨ ਸਾਨੂੰ ਸਵਰਗ ਦੇ ਪ੍ਰਕਾਸ਼ਨਾਂ ਨੂੰ ਲੈਣ ਦੇ ਵਿੱਚ ਹੈਲਪ ਕਰਦਾ ਹੈ। ਬੁੱਧੀ ਦਾ ਵਰਦਾਨ ਤੇ ਗਿਆਨ ਦਾ ਵਰਦਾਨ ਸਾਨੂੰ ਪਰਮੇਸ਼ਵਰ ਔਰ ਪਵਿੱਤਰ ਆਤਮਾ ਦੇ ਕੋਲੋਂ ਰੈਵਲੇਸ਼ਨ ਲੈਣ ਲਈ ਸਾਨੂੰ ਉਹ ਗਿਆਨ, ਸਾਨੂੰ ਉਹ ਵਰਦਾਨ ਹੈਲਪ ਕਰਦਾ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ, ਜਦੋਂ ਸਾਡਾ ਇਹ ਸਰੀਰ, ਨਾਸ਼ਵਾਨ ਸਰੀਰ ਅਵਿਨਾਸ਼ ਨੂੰ ਪਹਿਨ ਲਵੇਗਾ ਤਾਂ ਇਹ ਸਾਡਾ ਸਰੀਰ ਅਮਰ ਹੋ ਜਾਏਗਾ। ਬੋਲੋ ਆਮੈਨ, ਬੋਲੋ ਆਮੈਨ। ਸੋਚ ਕੇ ਦੇਖੋ ਕਿ ਜਦੋਂ ਬਪਤਿਸਮਾ ਲੋਕ ਲੈ ਕੇ ਤੇ ਸੰਸਾਰ ਵਿੱਚ ਗੱਲ ਜਾ ਕੇ ਕਹਿਣ ਕਿ ਅਸੀਂ ਅਮਰ ਹੋ ਗਏ, ਤਾਂ ਲੋਕ ਸੋਚਣ ਤੇ ਮਜਬੂਰ ਹੋ ਜਾਣਗੇ ਕਿ ਇਹਨਾਂ ਨੇ ਕਿਹੜੀ ਚੀਜ਼ ਪੀ ਲਈ ਹੈ। ਲੇਕਿਨ ਜਿਹੜੇ ਲੋਕ ਸੰਸਾਰ ਵਿੱਚ ਜਾ ਕੇ ਕਹਿਣ ਅਸੀਂ ਅਮਰ ਹੋ ਗਏ, ਉਹਨਾਂ ਤੋਂ ਅਮਰਤਾ ਦੇ ਗੁਣ ਪ੍ਰਗਟ ਹੋਣੇ ਚਾਹੀਦੇ ਹਨ। ਪਰਮੇਸ਼ਵਰ ਉਹਨਾਂ ਦੇ ਜੀਵਨਾਂ ਦੇ ਵਿੱਚ ਪ੍ਰਗਟ ਰੂਪ ਵਿੱਚ ਨਜ਼ਰ ਆਉਣਾ ਚਾਹੀਦਾ ਹੈ। ਹਾਲੇਲੂਇਆ। ਪਰਮੇਸ਼ਵਰ ਦੀ ਇੱਛਾ ਹੈ ਕਿਸ ਨੂੰ ਕਿਸ ਸਰੀਰ ਅੰਦਰ ਬੁਲਾਉਣਾ ਹੈ। ਜੇ ਪਰਮੇਸ਼ਵਰ ਨੇ ਏਲੀਆ ਤੇ ਹਨੋਕ ਨੂੰ ਸਰੀਰ ਅੰਦਰ ਬੁਲਾਇਆ ਹੈ, ਤੇ ਜੇ ਤੁਸੀਂ ਪ੍ਰਕਾਸ਼ਿਤ ਵਾਕਿਆ ਵਿੱਚ ਪੜ੍ਹਦੇ ਹੋ 2 ਗਵਾਹ, ਤਾਂ ਉਹ 2 ਗਵਾਹ ਧਰਤੀ ਉੱਤੇ ਮੁੜ ਆਉਣਗੇ। ਏਲੀਆ ਤੇ ਹਨੋਕ ਜਿਹੜੇ ਦੇਹ ਰਹਿਤ ਪਰਮੇਸ਼ਵਰ ਦੇ ਕੋਲ ਹਨ। ਪਰਮੇਸ਼ਵਰ ਜਦੋਂ ਯਿਸੂ ਮਸੀਹ ਪ੍ਰਗਟ ਹੋਏਗਾ, ਉਹਨਾਂ ਨੂੰ ਯਿਸੂ ਪਰਮੇਸ਼ਵਰ ਸਿੰਘਾਸਨ ਤੋਂ ਭੇਜੇਗਾ। ਉਹਨਾਂ ਨੂੰ ਉਹ ਧਰਤੀ ਉੱਤੇ ਉਹਨਾਂ ਕੋਲ ਅਧਿਕਾਰ ਹੋਏਗਾ, ਅੱਗ ਬਰਸਾ ਦੇਣਗੇ। ਧਰਤੀ ਉੱਤੇ ਉਹਨਾਂ ਦਾ ਅਧਿਕਾਰ ਹੋਏਗਾ ਪਾਣੀਆਂ ਨੂੰ ਰੋਕਣ ਦਾ, ਧਰਤੀ ਤੇ ਅਧਿਕਾਰ ਹੋਏਗਾ ਹਵਾ ਨੂੰ ਰੋਕਣ ਦਾ। 2 ਗਵਾਹ ਦਾ ਗਹਿਰਾ ਵਿਸ਼ਾ ਹੈ। ਏਲੀਆ ਤੇ ਹਨੋਕ ਨੂੰ ਪਰਮੇਸ਼ਵਰ ਨੇ ਸਵਰਗ ਵਿੱਚ ਇਸ ਲਈ ਰੱਖਿਆ ਹੈ ਕਿ ਉਹ ਪਰਮੇਸ਼ਵਰ ਜਦੋਂ ਯਿਸੂ ਮਸੀਹ ਧਰਤੀ ਤੇ ਪ੍ਰਗਟ ਹੋਵੇ, ਉਹ ਗਵਾਹ ਧਰਤੀ ਉੱਤੇ ਉਹਦੀ ਗਵਾਹੀ ਦੇਣ ਲਈ ਆਉਣਗੇ, ਔਰ ਉਹਨਾਂ ਨੂੰ ਟੋਟੇ ਟੋਟੇ ਕਰ ਦਿੱਤਾ ਜਾਏਗਾ। 3 ਦਿਨ ਉਹਨਾਂ ਦੀਆਂ ਲਾਸ਼ਾਂ ਧਰਤੀ ਤੇ ਪਈਆਂ ਰਹਿਣਗੀਆਂ, ਲੇਕਿਨ ਤੀਸਰੇ ਦਿਨ ਉਹ ਫਿਰ ਇਕੱਠੇ ਹੋ ਜਾਣਗੇ। ਉਹਨਾਂ ਦਾ ਸਰੀਰ ਦੁਬਾਰਾ ਵਾਪਸ ਬਣ ਜਾਏਗਾ ਔਰ ਧਰਤੀ ਤੇ ਗਵਾਹੀ ਦਿੰਦੇ ਹੋਏ ਸਵਰਗ ਵਿੱਚ ਚੜ ਜਾਣਗੇ। ਤੁਸੀਂ ਨਹੀਂ ਜਾਣਦੇ ਪਰਮੇਸ਼ਵਰ ਕੀ ਕਰਨ ਲਈ ਜਾ ਰਿਹਾ ਹੈ। ਯੂ ਡੋਂਟ ਨੋ ਅਬਾਊਟ ਦੈਟ। ਤੁਸੀਂ ਪ੍ਰਕਾਸ਼ਿਤ ਵਾਕਿਆ ਨੂੰ ਨਹੀਂ ਪੜ੍ਹਦੇ। ਪ੍ਰਕਾਸ਼ਿਤ ਵਾਕਿਆ ਵਿੱਚ ਲਿਖਿਆ ਹੈ ਉਹ ਸੱਚਮੁੱਚ ਪਰਮੇਸ਼ਵਰ ਇਦਾਂ ਦੇ ਕੰਮ ਕਰਨ ਲਈ ਜਾ ਰਿਹਾ ਹੈ। ਤੁਸੀਂ ਉਸ ਨੂੰ ਦੇਖ ਕੇ ਵੀ ਹੈਰਾਨ ਹੋ ਜਾਓਗੇ, ਲੇਕਿਨ ਮੈਂ ਮੰਨਦਾ ਹਾਂ ਉਸ ਤੋਂ ਪਹਿਲਾਂ ਅਸੀਂ ਧਰਤੀ ਤੋਂ ਉਠਾ ਲੈ ਜਾਵਾਂਗੇ। ਸਾਡਾ ਰੈਪਚਰ ਹੋ ਜਾਏਗਾ, ਸਾਡਾ ਰੈਪਚਰ ਹੋ ਜਾਏਗਾ ਧਰਤੀ ਦੇ ਉੱਤੇ। ਹਾਲੇਲੂਇਆ, ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਕੁਝ ਹਿਸਟੋਰੀਕਲ ਲੋਕਾਂ ਨੂੰ, ਹਿਸਟਰੀ ਪੜ੍ਹਨ ਵਾਲੇ ਲੋਕਾਂ ਨੂੰ, ਔਰ ਕੁਝ ਸਾਇੰਟਿਸਟ ਲੋਕਾਂ ਨੂੰ ਇਹ ਚੀਜ਼ ਪਤਾ ਲੱਗ ਚੁੱਕੀ ਹੈ,
ਔਰ ਉਹਨਾਂ ਨੇ ਲਿਖ ਦਿੱਤੀਆਂ ਹਨ ਗੱਲਾਂ ਹਿਸਟਰੀ ਦੀ ਪੁਸਤਕ ਦੇ ਅੰਦਰ। ਔਰ ਲੇਟੈਸਟ ਜਿਹੜੀ ਤੁਸੀਂ ਨਿਊਜ਼ ਦੇਖਦੇ ਹੋ, ਉਹਨਾਂ ਨੇ ਲਿਖਿਆ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਹੋਏਗਾ, ਆਉਣ ਵਾਲੇ ਇਦਾਂ ਦਾ ਹੋਏਗਾ, ਧਰਤੀ ਦੇ 1/3 ਲੋਕ ਅਚਾਨਕ ਗਾਇਬ ਹੋ ਜਾਣਗੇ। ਧਰਤੀ ਦੇ 1/3 ਲੋਕ ਅਚਾਨਕ ਗਾਇਬ ਹੋ ਜਾਣਗੇ। ਔਰ ਉਸ ਸਮੇਂ ਲੋਕ ਕੀ ਕਹਿਣਗੇ? ਉਹ ਇਹ ਨਹੀਂ ਕਹਿਣਗੇ ਕਿ ਯਿਸੂ ਮਸੀਹ ਨੇ ਚੱਕ ਲਿਆ, ਉਹ ਇਹ ਕਹਿਣਗੇ ਕਿਸੇ ਹੋਰ ਏਲੀਅਨ ਲੋਕ ਜਿਹੜੇ ਹਨ, ਏਲੀਅਨ ਜਿਹੜੇ ਹਨ ਉਹ ਧਰਤੀ ਉੱਤੇ ਲੋਕਾਂ ਨੂੰ ਚੱਕ ਕੇ ਲੈ ਗਏ ਔਰ ਉਹ ਐਕਸਪੈਰੀਮੈਂਟ ਕਰਨ ਲਈ ਲੈ ਕੇ ਗਏ ਹਨ ਔਰ ਉਸ ਤੋਂ ਬਾਅਦ ਵਾਪਸ ਲੈ ਕੇ ਆਉਣਗੇ ਤਾਂ ਕਿ ਉਹ ਲੋਕ ਯਿਸੂ ਮਸੀਹ ਤੇ ਵਿਸ਼ਵਾਸ ਨਾ ਕਰਨ, ਤਾਂ ਕਿ ਲੋਕ ਯਿਸੂ ਮਸੀਹ ਤੇ ਵਿਸ਼ਵਾਸ ਨਾ ਕਰਨ। ਉਹ ਕਹਿਣਗੇ ਦੂਸਰੇ ਗ੍ਰਹਿ ਤੋਂ ਏਲੀਅਨ ਆਏ ਔਰ ਧਰਤੀ ਦੇ ਲੋਕਾਂ ਨੂੰ ਚੱਕ ਕੇ ਲੈ ਗਏ, ਇਸ ਲਈ ਲੋਕ ਗਾਇਬ ਹੋ ਚੁੱਕੇ ਹਨ, ਲੇਕਿਨ ਉਹ ਐਕਸਪੈਰੀਮੈਂਟ ਕਰ ਰਹੇ ਹਨ। ਜਦੋਂ ਰੈਪਚਰ ਹੋਏਗਾ ਅਸੀਂ ਉਠਾ ਲਏ ਜਾਵਾਂਗੇ। ਆਮੇਨ, ਆਮੇਨ। ਕੀ ਤੁਸੀਂ ਉਠਾਏ ਜਾਣ ਲਈ ਤਿਆਰ ਹੋ? ਉਠਾਇਆ ਉਹੀ ਜਾਏਗਾ ਜਿਹੜਾ ਗਾਲਾਂ ਨਹੀਂ ਕੱਢਦਾ। ਹੁਣ ਹੱਥ ਖੜਾ ਹੋਏਗਾ। ਉਠਾਇਆ ਉਹੀ ਆ ਜਿਹੜਾ ਕੂੜਾ ਲਾ ਕੇ ਕਹਿੰਦਾ ਨਹੀਂ ਕਿ ਮੈਂ ਤੈਨੂੰ ਆ ਕੇ ਸਿੱਜੂ। ਉਠਾਇਆ ਉਹੀ ਜਾਏਗਾ ਜਿਹਦੇ ਮਨ ਵਿੱਚ ਵੈਰ ਨਹੀਂ ਹੈ, ਵਿਰੋਧ ਨਹੀਂ ਹੈ, ਨਫ਼ਰਤ ਨਹੀਂ ਹੈ, ਈਰਖਾ ਨਹੀਂ ਹੈ, ਜੈਲਸੀ ਨਹੀਂ ਹੈ, ਜਿਹਨੇ ਸੱਚਮੁੱਚ ਨਵਾਂ ਜੀਵਨ ਗ੍ਰਹਿਣ ਕਰ ਲਿਆ ਹੈ, ਜਿਹਨੇ ਸੱਚਮੁੱਚ ਨਵੇਂ ਜੀਵਨ ਨੂੰ ਪਾ ਲਿਆ ਹੈ, ਉਹ ਨਵਾਂ ਜੀਵਨ ਗ੍ਰਹਿਣ ਕਰ ਲਿਆ ਹੈ, ਉਹ ਉਠਾਇਆ ਜਾਏਗਾ। ਹਾਲੇਲੂਇਆ, ਹਾਲੇਲੂਇਆ। ਬਹੁਤ ਸਾਰੇ ਲੋਕ ਆਪਣੀ ਕਲੀਸਿਆ ਅੰਦਰ ਦਰਸ਼ਨ ਦੇਖ ਰਹੇ ਹਨ ਕਿ ਰੈਪਚਰ ਹੋ ਰਿਹਾ ਹੈ, ਰੈਪਚਰ ਹੋ ਰਿਹਾ ਹੈ ਔਰ ਇਹ ਰੈਪਚਰ ਬਹੁਤ ਜਲਦ ਹੋਣ ਵਾਲਾ ਹੈ। ਮਾਈ ਡੀਅਰ ਫਰੈਂਡਸ ਐਂਡ ਸਿਸਟਰਸ, ਬਹੁਤ ਜਲਦ ਰੈਪਚਰ ਹੋਣ ਵਾਲਾ ਹੈ। ਸਮਾਂ ਕਿਸੇ ਨੂੰ ਨਹੀਂ ਪਤਾ, ਅਸੀਂ ਨਹੀਂ ਜਾਣਦੇ ਸਮਾਂ ਕਿਹੜਾ ਹੈ, ਪਰ ਰੈਪਚਰ ਜਲਦ ਹੋਣ ਵਾਲਾ ਹੈ। ਯਿਸੂ ਮਸੀਹ ਜਲਦ ਧਰਤੀ ਉੱਤੇ ਆ ਰਹੇ ਹਨ। ਆਪਣੇ ਆਪ ਨੂੰ ਤਿਆਰ ਕਰ ਲਓ, ਦੁਲਹਨ ਆਪਣੇ ਆਪ ਨੂੰ ਤਿਆਰ ਕਰ ਲਵੇ। ਇਸ ਲਈ ਜਦੋਂ ਸਾਡੇ ਨਾਸ਼ਵਾਨ ਸਰੀਰ ਨੇ ਅਵਿਨਾਸ਼ ਨੂੰ ਪਹਿਨ ਲਿਆ ਔਰ ਸਾਡੇ ਮਰਨਹਾਰ ਸਰੀਰ ਨੇ ਅਮਰਤਾ ਨੂੰ ਪਹਿਨ ਲਿਆ ਤੇ ਅਸੀਂ, ਸਾਡੇ ਉੱਤੇ ਦੂਸਰੀ ਮੌਤ ਦਾ ਅਧਿਕਾਰ ਨਹੀਂ ਹੈ। ਇਸ ਲਈ ਸੰਤ ਪੌਲੁਸ ਕਹਿੰਦਾ ਹੈ, ਹੇ ਮੌਤ ਹੁਣ ਤੇਰਾ ਡੰਕ ਕਿੱਥੇ ਰਿਹਾ? ਹੇ ਮੌਤ ਹੁਣ ਤੇਰੀ ਜੈ ਕਿੱਥੇ ਰਹੀ? ਹੇ ਮੌਤ ਹੁਣ ਤੂੰ ਕਿਉਂ ਨਹੀਂ ਬੋਲਦੀ? ਕਿਉਂ ਮੌਤ ਨਹੀਂ ਬੋਲਦੀ? ਕਿਉਂਕਿ ਇਹ ਮੌਤ ਦੇ ਡੰਕ ਨੂੰ ਕੀ ਕਰਤਾ ਹੈ? ਤੋੜ ਦਿੱਤਾ ਹੈ। ਕਿਹਨੇ ਤੋੜਿਆ ਹੈ? ਯਿਸੂ ਮਸੀਹ ਨੇ। ਹੁਣ ਮੌਤ ਆਏਗੀ, ਫਿਸ ਫਿਸ ਕਰਦੀ ਰਹੇਗੀ, ਮਾਰ ਨਹੀਂ ਸਕਦੀ, ਮਾਰ ਨਹੀਂ ਸਕਦੀ, ਕਿਉਂਕਿ ਦੂਸਰੀ ਮੌਤ ਦਾ ਸਾਡੇ ਉੱਤੇ ਅਧਿਕਾਰ ਨਹੀਂ ਹੈ। दूसरी मौत का साडे उत्ते अधिकार नहीं है। ये परमेश्वर का वचन बयान करता है, ये यीशु मसीह मरिया नहीं, ये यीशु मसीह जिंदा नहीं होया। साडा प्रचार करना व्यर्थ है, तुहाडा सुनना व्यर्थ है, लेकिन ये यीशु मसीह जिंदा होया है। जे नहीं वो सचमुच जिंदा होया है। ये साडा प्रचार करना भी विश्वास है, तुहाडा प्रचार सुनना भी विश्वास है, और तुसी स्वर्ग राज्य दे वारिस दे लई वाधे जा रहे हो। हालेलुया, हालेलुया। जे जय पाउणी है तो संसार दी चीज़ां नूं छड्डना पएगा। जे जय पाउणी है तो परमेश्वर दे नाल चलना पएगा। जे जय पाउणी है, अनंत काल विच प्रवेश करना है, अनंत काल तक मरना नहीं है, तो सानू धरती उत्ते चीज़ां नूं छड्डना पएगा। वो चीज़ां जिहड़ियां परमेश्वर दे नाल नहीं, असीं उन्हां चीज़ां नूं लैके परमेश्वर दे नाल नहीं चल सकदे। हालेलुया, हालेलुया। देखो, ध्यान देना, देखो, जे एक व्यक्ति के मन च जैलसी है, मान के चलो ये व्यक्ति है, सोचना नहीं है, नहीं एग्जाम्पल है सिर्फ, ये मन व्यक्ति के मन च जैलसी है और मैं परमेश्वर हाँ, कि दोनों कट्ठे चल सकते हैं? कि ये व्यक्ति परमेश्वर ने चल सकता है? ये व्यक्ति के मन च होर कोई गल नहीं, बस थोड़ी बहुती जैलसी है, थोड़ी बहुती चल सकता है। वो कुछ थोड़ी बहुती गल है, थोड़ी जिहियां गालां कढदा, परमेश्वर ने चल सकता है। कदी कदी जीभ फिसल जाती, उदा नहीं कढदा, कदी कदी फिसल जाती, परमेश्वर ने चल सकता है, चल सकता है, नहीं चल सकता। हालेलुया, हालेलुया। ये औरतों नहीं देखता, एक दो देखता है, परमेश्वर ने चल सकता है।
ਕੀ ਹੋਇਆ? ਤੁਸੀਂ ਸਮਝ ਰਹੇ ਮੇਰੀ ਗੱਲ ਨੂੰ? ਕੋਈ ਵਿਅਕਤੀ ਪਰਮੇਸ਼ਵਰ ਨਾਲ ਨਹੀਂ ਚੱਲ ਸਕਦਾ ਜਦ ਤੱਕ ਉਹ ਅਮਰਤਾ ਵਿੱਚ ਨਹੀਂ ਚੱਲ ਰਿਹਾ, ਜਦ ਤੱਕ ਉਹਦੇ ਜੀਵਨ ਚੋਂ ਸਾਰੀਆਂ ਕੁਰੀਤੀਆਂ ਨਿਕਲ ਗਈਆਂ, ਉਹਦੀ ਲਾਈਫ ਕਲੀਅਰ ਨਹੀਂ ਹੋ ਗਈ। ਪਰਮੇਸ਼ਵਰ ਉਹਦੇ ਹੱਥ ਨੂੰ ਕਦੀ ਹੋਲਡ ਨਹੀਂ ਕਰ ਸਕਦਾ ਜਿਹਦੇ ਵਿੱਚ ਪਰਮੇਸ਼ਵਰ ਦੇ ਗੁਣ ਨਹੀਂ ਹਨ। ਗॉड ਬlesਸ ਯੂ, ਹਾਲੇਲੂਇਆ। ਜਿਹਦੇ ਵਿੱਚ ਪਰਮੇਸ਼ਵਰ ਦੇ ਗੁਣ ਨਹੀਂ ਹਨ, ਅਗਰ ਉਹਦੇ ਅੰਦਰ ਪਰਮੇਸ਼ਵਰ ਦੇ ਗੁਣ ਹੋਣਗੇ ਉਹ ਪਰਮੇਸ਼ਵਰ ਦੇ ਨਾਲ ਚੱਲੇਗਾ। ਹਾਲੇਲੂਇਆ। ਸ਼ਰਾਬੀ ਕਿਹਦੇ ਨਾਲ ਚੱਲਦਾ ਹੈ? ਇੱਕ ਡਿੱਗਦਾ ਹੈ, ਦੂਜਾ ਵੀ ਡਿੱਗਦੇ ਡਿੱਗਦੇ ਨਾਲ ਚੱਲਦਾ ਹੈ। ਡਾਕਟਰ ਡਾਕਟਰ ਨਾਲ ਚੱਲਦਾ ਹੈ, ਵਕੀਲ ਵਕੀਲ ਨਾਲ ਚੱਲਦਾ ਹੈ, ਚੋਰ ਚੋਰ ਨਾਲ ਚੱਲਦਾ ਹੈ। ਪਰਮੇਸ਼ਵਰ ਦੇ ਨਾਲ ਉਹੀ ਮਨੁੱਖ ਚੱਲੇਗਾ ਜਿਹੜਾ ਪਰਮੇਸ਼ਵਰ ਦੇ ਸਵਰੂਪ ਤੇ ਦਿਨ ਪ੍ਰਤੀ ਦਿਨ ਬਣਦਾ ਜਾ ਰਿਹਾ ਹੈ, ਦਿਨ ਪ੍ਰਤੀ ਦਿਨ ਬਣਦਾ ਜਾ ਰਿਹਾ ਹੈ। ਤੁਸੀਂ ਦਿਨ ਪ੍ਰਤੀ ਦਿਨ ਪਰਮੇਸ਼ਵਰ ਦੇ ਸਮਾਨ ਬਣਦੇ ਜਾ ਰਹੇ ਹੋ, ਤੁਸੀਂ ਦਿਨ ਪ੍ਰਤੀ ਦਿਨ ਯਿਸੂ ਮਸੀਹ ਦੇ ਸਮਾਨ ਬਣਦੇ ਜਾ ਰਹੇ ਹੋ, ਤੁਸੀਂ ਦਿਨ ਪ੍ਰਤੀ ਦਿਨ ਪਰਮੇਸ਼ਵਰ ਦੇ ਸਮਾਨ ਬਣਦੇ ਜਾ ਰਹੇ ਹੋ। ਇਸ ਲਈ ਆਪਣੇ ਆਪ ਨੂੰ ਸੰਸਾਰ ਤੋਂ ਬਚਾ ਕੇ ਰੱਖੋ, ਆਪਣੇ ਆਪ ਨੂੰ ਸੰਸਾਰ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖੋ। ਆਪਣੇ ਮਨ ਨੂੰ ਸੰਸਾਰ ਤੇ ਨਾ ਲਗਾਓ, ਲਸਟ ਨਾ ਆਪਣੇ ਮਨ ਵਿੱਚ ਆਉਣ ਦਿਓ, ਕੋਈ ਚੀਜ਼ ਆਪਣੇ ਮਨ ਵਿੱਚ ਨਾ ਆਉਣ ਦਿਓ ਜਿਹੜੀ ਤੁਹਾਨੂੰ ਪਰਮੇਸ਼ਵਰ ਤੋਂ ਅਲੱਗ ਕਰ ਦੇਵੇ। ਪਾਪ ਮਨੁੱਖ ਨੂੰ ਪਰਮੇਸ਼ਵਰ ਤੋਂ ਅਲੱਗ ਕਰ ਦਿੰਦਾ ਹੈ। ਜਦੋਂ ਮਨੁੱਖ ਦੇ ਜ਼ਿੰਦਗੀ ਵਿੱਚ ਪਾਪ ਆਉਂਦਾ ਹੈ ਉਹ ਪਰਮੇਸ਼ਵਰ ਤੋਂ ਅੱਡ ਹੋ ਜਾਂਦਾ ਹੈ, ਔਰ ਪਰਮੇਸ਼ਵਰ ਤੋਂ ਉਹ ਮਨੁੱਖ ਅੱਡ ਹੋ ਗਿਆ ਤੇ ਪਰਮੇਸ਼ਵਰ ਅੱਡ ਹੋ ਗਿਆ। ਕਿਸ ਨੇ ਅੱਡ ਕੀਤਾ ਉਹਨੂੰ? ਪਾਪ ਨੇ। ਹਾਲੇਲੂਇਆ, ਹਾਲੇਲੂਇਆ। ਇਸ ਲਈ ਪਾਪ ਅੱਡ ਕਰ ਦਿੰਦਾ ਹੈ। ਇਸੇ ਵੇਲੇ ਕੱਲ ਇੱਕ ਵਿਅਕਤੀ ਮੈਨੂੰ ਕੁਐਸਚਨ ਪੁੱਛਿਆ, ਪਾਸਟਰ ਜੀ ਵੱਡਾ ਪਾਪ ਕਿਹੜਾ ਹੈ? ਪਾਪ ਵੱਡਾ ਜਾਂ ਛੋਟਾ ਨਹੀਂ, ਪਾਪ ਪਾਪ ਹੈ। ਸਭ ਤੋਂ ਵੱਡਾ ਪਾਪ ਕਿਹਨੇ ਕੀਤਾ? ਜੇ ਬਾਈਬਲ 'ਚ ਦੇਖੀਏ, ਆਦਮ ਨੇ, ਜਿਹਨੇ ਆਗਿਆ ਤੋੜੀ। ਉਸ ਤੋਂ ਵੱਡਾ ਪਾਪ ਕਿਹਨੇ ਕੀਤਾ? ਲੂਸੀਫਰ ਨੇ, ਜਿਹਦੇ ਮਨ 'ਚ ਕਮੰਡ ਆ ਗਿਆ। ਦਾਊਦ ਨੇ, ਜਿਹਨੇ ਵਿਭਚਾਰ ਕਰ ਲਿਆ। ਸ਼ਿਮਸ਼ੋਨ ਨੇ, ਜਿਹਨੇ ਵਿਭਚਾਰ ਕਰ ਲਿਆ। ਮੈਂ ਤੁਹਾਨੂੰ ਪੁੱਛਦਾ ਹਾਂ, ਸ਼ਿਮਸ਼ੋਨ ਜਿਹੜਾ ਵਿਭਚਾਰ ਕਰ ਚੁੱਕਾ ਸੀ, ਉਹ ਸਵਰਗ ਵਿੱਚ ਹੋਏਗਾ ਕਿ ਨਰਕ 'ਚ ਹੋਏਗਾ? ਹਾਂਜੀ, ਕਿੱਥੇ ਹੋਏਗਾ? ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ। ਕਿੱਥੇ ਹੋਏਗਾ? ਸਵਰਗ ਵਿੱਚ। ਤੁਸੀਂ ਬਾਈਬਲ ਨੂੰ ਪੜ੍ਹੋ। ਜਦੋਂ ਦੀਆਂ ਅੱਖਾਂ ਫੋੜੀਆਂ, ਪਹਿਲਾਂ ਉਹ ਵਿਭਚਾਰ ਕਰਦਾ ਰਿਹਾ, ਜਦੋਂ ਅੱਖਾਂ ਫੋੜੀਆਂ, ਜਦੋਂ ਉਹਨੂੰ ਦਿਸਣਾ ਬੰਦ ਹੋ ਗਿਆ, ਉਸ ਸਮੇਂ ਖੰਭਿਆਂ ਨਾਲ ਬੰਨਿਆ ਹੋਇਆ ਰਿਪੈਂਟ ਕਰਦਾ ਹੈ ਖੁਦਾ ਦੇ ਅੱਗੇ। ਰਿਪੈਂਟੈਂਸ ਨੂੰ ਖੁਦਾ ਦੀ ਹਜ਼ੂਰੀ ਅੰਦਰ ਪਹੁੰਚਾ ਦਿੰਦੀ ਹੈ। ਰਿਪੈਂਟੈਂਸ ਤੁਹਾਨੂੰ ਪਰਮੇਸ਼ਵਰ ਦੇ ਸਿੰਘਾਸਨ ਦੇ ਸਾਹਮਣੇ ਪਹੁੰਚਾ ਦਿੰਦੀ ਹੈ। ਜੇ ਤੁਸੀਂ ਰੀਅਲੀ ਰਿਪੈਂਟ ਕਰਦੇ ਹੋ, ਜੇ ਸੱਚਮੁੱਚ ਤੁਸੀਂ ਰਿਪੈਂਟ ਕਰ ਲਿਆ ਹੈ, ਤਾਂ ਪਰਮੇਸ਼ਵਰ, ਬਾਈਬਲ 'ਚ ਲਿਖਿਆ, ਵਚਨ 'ਚ ਲਿਖਿਆ, ਜੋ ਮਾਫੀ ਮੰਗਦਾ ਹੈ ਉਹਦੇ ਗੁਨਾਹ ਬਖਸ਼ੇ ਜਾਂਦੇ ਹਨ, ਉਹਦੇ ਪਾਪ ਬਖਸ਼ ਦਿੱਤੇ ਜਾਂਦੇ ਹਨ। ਜੋ ਮਾਫੀ ਨਹੀਂ ਮੰਗਦਾ, ਕਮਾਂਡ ਨਾਲ ਭਰਿਆ ਰਹਿੰਦਾ ਹੈ, ਉਹਦਾ ਪਾਪ ਬਣਿਆ ਰਹਿੰਦਾ ਹੈ, ਉਹਦਾ ਪਾਪ ਬਣਿਆ ਰਹਿੰਦਾ ਹੈ। ਔਰ ਕੁਝ ਇਦਾਂ ਦੇ ਪਾਪ ਹਨ ਮਾਫੀ ਹੀ ਨਹੀਂ ਹੈ। ਪਵਿੱਤਰ ਆਤਮਾ ਦੇ ਵਿਰੋਧ ਵਿੱਚ ਬੋਲੇ ਹੋਏ ਪਾਪ ਦੀ ਮਾਫੀ ਹੀ ਨਹੀਂ ਹੈ। ਇਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ ਚਲਾਓ। ਨਵੇਂ ਨਿਯਮ ਦੇ ਵਿੱਚ ਸੰਤ ਪੌਲੁਸ ਇਸ ਤਰ੍ਹਾਂ ਚੱਲਿਆ, ਉਹਨੇ ਆਪਣੇ ਜੀਵਨ ਨੂੰ ਨਹੀਂ ਦੇਖਿਆ, ਉਹਨੇ ਪਰਮੇਸ਼ਵਰ ਦੇ ਵਚਨ ਨੂੰ ਲਿਆ, ਔਰ ਪਰਮੇਸ਼ਵਰ ਦਾ ਵਚਨ ਉਹਦੇ ਲਈ ਅਹਿਮ ਸੀ। ਪਰਮੇਸ਼ਵਰ ਦਾ ਵਚਨ ਉਹਦੇ ਲਈ ਜੀਵਨ ਸੀ। ਉਹਦੇ ਜੀਵਨ ਦਾ ਮਕਸਦ ਹੀ ਸੀ ਕਲੀਸਿਆਵਾਂ ਦੀ ਸਥਾਪਨਾ ਕਰਨਾ, ਪਰਮੇਸ਼ਵਰ ਦੇ ਲਈ ਰੂਹਾਂ ਨੂੰ ਜਿੱਤਣਾ। ਬੋਲੋ ਆਮੈਨ, ਬੋਲੋ ਆਮੈਨ। ਤੁਸੀਂ ਸੋਚ ਕੇ ਦੇਖੋ, ਤੁਸੀਂ ਕੀ ਕਰਦੇ ਹੋ? ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਹੋ, ਹਫਤੇ ਵਿੱਚ 1-2 ਦਿਨ ਸੁਸਮਾਚਾਰ ਲੈ ਕੇ ਜਾਂਦੇ ਹੋ ਬਸ, ਤਾਂ ਕਈ ਉਹ ਵੀ ਨਹੀਂ ਲੈ ਕੇ ਜਾਂਦੇ। ਮਤਲਬ ਕੀ ਮਕਸਦ ਹੈ? ਦੇਖੋ, ਧਰਤੀ ਉੱਤੇ ਬਣਾਈਆਂ ਬਿਲਡਿੰਗਾਂ ਵੀ ਨਾਸ਼ ਹੋ ਜਾਣਗੀਆਂ, ਧਰਤੀ ਉੱਤੇ ਬਣਾਈਆਂ ਬਿਲਡਿੰਗਾਂ ਵੀ ਨਾਸ਼ ਹੋ ਜਾਣਗੀਆਂ,
ਚਰਚ ਮੈਂ ਸੋਚ ਰਿਹਾ ਸੀ ਪਿਛਲੇ ਦਿਨਾਂ ਵਿੱਚ ਅਸੀਂ ਬਿਲਡਿੰਗਾਂ ਬਣਾ ਰਹੇ ਹਾਂ, ਸਭ ਕੁਝ ਨਾਸ਼ਵਾਨ ਹੈ। ਇਹ ਬਿਲਡਿੰਗ ਇਸ ਲਈ ਹੈ, ਦਿਸ ਇਜ਼ ਦ ਮੀਟਿੰਗ ਪਲੇਸ, ਜਿੱਥੇ ਆ ਕੇ ਅਸੀਂ ਖੁਦਾ ਦੀ ਆਰਾਧਨਾ ਕਰ ਸਕੀਏ, ਪਰਮੇਸ਼ਵਰ ਦੀ ਸਤੁਤੀ ਕਰ ਸਕੀਏ, ਪਰਮੇਸ਼ਵਰ ਦੀ ਬੰਦਗੀ ਕਰ ਸਕੀਏ, ਉਹਦੇ ਨਾਮ ਨੂੰ ਉੱਚਾ ਕਰ ਸਕੀਏ, ਉਹਦੇ ਨਾਲ ਮਿਲ ਸਕੀਏ। ਹਾਲੇਲੂਇਆ। ਯੀਸ਼ੂ ਮਸੀਹ ਨੇ ਕਿਹਾ ਕੋਈ ਵੀ ਪੱਥਰ ਉੱਤੇ ਪੱਥਰ ਨਹੀਂ ਰਹੇਗਾ ਜਿਹੜਾ ਟਾਇਆ ਨਾ ਜਾਏਗਾ। ਇਸ ਲਈ ਆਪਣੇ ਆਪ ਨੂੰ ਤਿਆਰ ਕਰੋ, ਆਪਣੇ ਆਪ ਨੂੰ ਤਿਆਰ ਕਰੋ ਪਰਮੇਸ਼ਵਰ ਦੇ ਨਾਲ। ਇਸ ਲਈ ਬਾਈਬਲ 'ਚ ਲਿਖਿਆ ਜੈ ਨੇ ਮ੍ਰਿਤਯੂ ਨੂੰ ਨਿਗਲ ਲਿਆ, ਸਾਡੇ ਪਰਮੇਸ਼ਵਰ ਨੇ ਮੌਤ ਨੂੰ ਨਿਗਲ ਲਿਆ। ਹੁਣ ਮੌਤ ਸਾਨੂੰ ਡੰਕ ਨਹੀਂ ਮਾਰ ਸਕਦੀ, ਅਸੀਂ ਅਮਰਤਾ ਵਿੱਚ ਚੱਲ ਰਹੇ ਹਾਂ। ਬੋਲੋ ਆਮੈਨ, ਬੋਲੋ ਆਮੈਨ, ਬੋਲੋ ਆਮੈਨ। ਇਧਰ ਦੇਖੋ, ਜੇ ਅਮਰ ਵਿਅਕਤੀ ਜ਼ਹਿਰ ਪੀ ਲਵੇ ਤਾਂ ਮਰ ਸਕਦਾ ਹੈ? ਬੋਲੋ। ਪ੍ਰਭੂ ਨੇ ਕਿਹਾ ਤੁਸੀਂ ਸੱਪਾਂ ਨੂੰ ਉਠਾ ਲਓਗੇ, ਜ਼ਹਿਰ ਪੀ ਲਓਗੇ, ਤੁਹਾਡੇ ਤੇ ਅਸਰ ਨਹੀਂ ਹੋਏਗਾ, ਕਿਉਂਕਿ ਅਸੀਂ ਅਮਰਤਾ ਵਿੱਚ ਹਾਂ। ਤੁਹਾਨੂੰ ਸਮਝਣਾ ਪਏਗਾ, ਅਸੀਂ ਅਮਰਤਾ ਵਿੱਚ ਹਾਂ। ਅਮਰਤਾ ਕੇਵਲ ਯੀਸ਼ੂ ਮਸੀਹ ਦੇ ਕੋਲ ਹੈ। ਬੋਲੋ ਆਮੈਨ। जो रूह विश्वास करती है यीशु मसीह मुर्दों विचों जिंदा हो गया और यीशु मसीह जिंदा है, साडे नाल है, वो अमरता है, क्योंकि ਅਸੀਂ ਉਹਨੂੰ ਗ੍ਰਹਿਣ ਕਰ ਲਿਆ ਹੈ, ਅਸੀਂ ਉਹਨੂੰ ਪਹਿਨ ਲਿਆ ਹੈ। ਹੁਣ ਮੈਂ ਯੀਸ਼ੂ ਮਸੀਹ ਨੂੰ ਕੱਪੜਿਆਂ ਦੇ ਸਮਾਨ ਪਹਿਨ ਲਿਆ ਹੈ, ਹੁਣ ਤੁਸੀਂ ਯੀਸ਼ੂ ਮਸੀਹ ਨੂੰ ਕੱਪੜਿਆਂ ਦੇ ਸਮਾਨ ਪਹਿਨ ਲਿਆ ਹੈ। ਹੁਣ ਦੂਸਰੀ ਮੌਤ ਤੁਹਾਨੂੰ ਨਹੀਂ ਮਾਰ ਸਕਦੀ, ਕਿਉਂਕਿ ਯੀਸ਼ੂ ਮਸੀਹ ਨੂੰ ਕੋਈ ਮਾਰ ਨਹੀਂ ਸਕਦਾ। ਯੀਸ਼ੂ ਮਸੀਹ ਨੇ ਮੌਤ ਦਾ ਰੰਗ ਤੋੜ ਦਿੱਤਾ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ ਇਸ ਲਈ ਤੁਸੀਂ ਜੈ ਪ੍ਰਾਪਤ ਕਰਨੀ ਹੈ। ਪ੍ਰਕਾਸ਼ਿਤ ਵਾਕਿਆ, ਬਾਈਬਲ ਦੀ ਪੁਸਤਕ ਖੋਲੋ, ਪ੍ਰਕਾਸ਼ਿਤ ਵਾਕਿਆ ਵਚਨ 'ਚ ਲਿਖਿਆ, ਪ੍ਰਕਾਸ਼ਿਤ ਵਾਕਿਆ 2 अध्याय ਉਹਦੀ 7 ਵਿੱਚ ਲਿਖਿਆ ਹੈ जिसके कान हो वह सुन ले, आत्मा कलीसिया उसे क्या कहता है, जो जय पाए मैं उसे जीवन के पेड़ में से जो परमेश्वर के स्वर्ग लोक में है फल खाने को दूंगा। जो जय पाएगा ਉਹਨੂੰ स्वर्ग लोक ਵਿੱਚ ਫਲ ਖਾਣ ਲਈ ਮਿਲਣਗੇ। ਉਹ ਫਲ ਕੀ ਹੈ? ਅਮਰਤਾ ਦਾ ਫਲ। ਉਹ ਅਸੀਂ ਖਾ ਲਿਆ ਹੈ, ਉਹ ਤੁਸੀਂ ਖਾ ਲਿਆ ਹੈ। ਬੋਲੋ ਆਮੈਨ, ਬੋਲੋ ਆਮੈਨ। ਜਿਸ ਅਮਰਤਾ ਦੇ ਫਲ ਦੇ ਆਲੇ ਦੁਆਲੇ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਬਾਹਰ ਕੱਢ ਦਿੱਤਾ ਔਰ ਆਪਣੇ ਅਗਨੀਮਈ ਅੱਗ ਲਗਾ ਕੇ ਅਗਨੀਮਈ ਤਲਵਾਰਾਂ ਉਹਦੇ ਆਲੇ ਦੁਆਲੇ ਲਗਾ ਦਿੱਤੀਆਂ। ਉਹ ਜੀਵਨ ਦਾ ਫਲ ਸਾਨੂੰ ਸਵਰਗ ਵਿੱਚ ਖਾਣ ਲਈ ਮਿਲੇਗਾ ਔਰ ਅਸੀਂ ਯੀਸ਼ੂ ਮਸੀਹ ਦੇ ਬਦਨ ਤੇ ਲਹੂ ਨੂੰ ਗ੍ਰਹਿਣ ਕਰਕੇ ਖਾ ਲਿਆ ਹੈ। ਜਦੋਂ ਅਸੀਂ ਯੀਸ਼ੂ ਮਸੀਹ ਦੇ ਬਦਨ ਤੇ ਲਹੂ ਨੂੰ ਗ੍ਰਹਿਣ ਕਰਦੇ ਹਾਂ, ਸਾਡੇ ਵਿੱਚ ਜੈ ਆਉਂਦੀ ਹੈ। ਅਸੀਂ ਉਹ ਫਲ ਨੂੰ ਗ੍ਰਹਿਣ ਕਰ ਲਿਆ ਹੈ। जो जय पाई उसे मैं जीवन के पेड़ में से जो स्वर्ग लोक में है फल खाने को दूंगा। 11 इंच लिखिया जिसके कान हो वह सुन ले, आत्मा कलीसियाओं से क्या कहता है, जो जय पाए उसकी दूसरी मृत्यु से हानि ना पहुंचेगी। जिन्हें जय प्राप्त कर ली है, जिहड़ा अमरता विच आ चुका है, ਉਹਨੂੰ दूसरी मौत नहीं मार सकती। बाइबल च लिखिया 17 इंच लिखिया जो जय पाए उसे मैं गुप्त मन्ने में से दूंगा, उसे एक श्वेत पत्थर भी दूंगा, उस पत्थर पर एक नाम लिखा हुआ होगा जिसे उसके पाने वाले के सिवाय कोई ना जानेगा। ਜਦੋਂ ਅਸੀਂ स्वर्ग ਵਿੱਚ ਜਾਵਾਂਗੇ ਤਾਂ ਸਾਡਾ ਪਰਮੇਸ਼ਵਰ ਸਾਨੂੰ ਗਿਫਟ ਦੇਵੇਗਾ। ਬੋਲੋ ਆਮੈਨ, ਬੋਲੋ ਆਮੈਨ। ਜਦੋਂ ਲੋਕ ਫੋਰਨ ਤੋਂ ਆਉਂਦੇ ਹਨ, ਜਦ ਤੁਸੀਂ ਫੋਰਨ ਜਾਂਦੇ ਹੋ ਤਾਂ ਤੁਸੀਂ ਗਿਫਟ ਲੈ ਕੇ ਜਾਂਦੇ ਹੋ, ਜਾਂ ਗਿਫਟ ਲੈ ਕੇ ਉਹ ਆਉਂਦੇ ਹਨ, ਤੁਹਾਨੂੰ ਮਿਲਦੇ ਹਨ, ਤੁਹਾਨੂੰ ਗਿਫਟ ਦਿੰਦੇ ਹਨ, ਤੁਸੀਂ ਬੜੇ ਖੁਸ਼ ਹੁੰਦੇ ਹੋ। ਜਦੋਂ ਅਸੀਂ ਖੁਦਾਵੰਦ ਯੀਸ਼ੂ ਮਸੀਹ ਕੋਲ ਜਾਵਾਂਗੇ, इधर देखो मेरे वाल, पहली गल सब तो पहला प्रभु यीशु मसीह स्वर्ग के दरवाजे ते खड़ा होएगा और कहेगा वेल डन माय सन, तू आ गया, चल मेरे नाल अंदर। जो ਅਸੀਂ अंदर जावांगे फिर यीशु मसीह दिखाएगा ये तेरा रूम है जिहड़ा मैं तेरे लिए बनाया है, और ये तेरा रूम है जिहड़ा मैं तेरे लिए बनाया है, ये तेरे लिए गिफ्ट है जिहड़ा मैं तेरे लिए रखा है। ਹਾਲੇਲੂਇਆ। ਧਰਤੀ ਦੇ ਗਿਫਟ ਨਾਸ਼ਵਾਨ ਹਨ, ਪਰਮੇਸ਼ਵਰ ਦਾ ਗਿਫਟ ਸਦਾ ਦਾ ਹੈ। ਅਸੀਂ ਸਦਾ ਲਈ ਪਰਮੇਸ਼ਵਰ ਦੇ ਨਾਲ ਰਹਾਂਗੇ। ਬੋਲੋ ਆਮੈਨ, ਬੋਲੋ ਆਮੈਨ। 26 आयत लिखा जो जय पाए मेरे कामों को अंत तक करता रहे, मैं उसे जाति जाति के लोगों पर अधिकार दूंगा। बोलो आमैन। इधर देखो, सेवा बहुत सारे लोग करते हैं, बपतिस्मा बहुत सारे लोगों ने ले लिया है, पर की होया? पिछे मुड़ गए। की होया?
ਪਿੱਛੇ ਮੁੜ ਗਏ। ਕੁਝ ਲੋਕ ਕਹਿੰਦੇ ਚੰਗਾਈ ਨਹੀਂ ਮਿਲੀ, ਉਹ ਚੰਗਾਈ ਲੈਣ ਲਈ ਆਏ ਸੀ। बाइबल च लिखा जो जय पाए मेरे कामों को अंत तक करता रहे मैं उसे जाति जाति के लोगों पर अधिकार दूंगा। वो परमेश्वर कौमां ते अधिकार दिंदा है जो लगातार जय नूं प्राप्त करता है। बोलो आमीन। प्रकाशित वाक्य 3:5 लिखा जो जय पाए उसे इस प्रकार श्वेत वस्त्र पहनाया जाएगा, मैं उसका नाम जीवन की पुस्तक से किसी रीति से ना काटूंगा। परमेश्वर कहता है मैं जीवन की पुस्तक दे विचों बुक ऑफ लाइफ विचों तुहाडा नाम नहीं कटांगा। हालेलुया हालेलुया। कि यहूदा इस्करियोती का नाम प्रभु ने बुक ऑफ लाइफ चो कट दिता होएगा। यहूदा इस्करियोती जिन्हें प्रभु यीशु मसीह ने पकड़वाया कि उसका नाम प्रभु यीशु मसीह ने बुक ऑफ लाइफ चो कट दिता होएगा। जो जय पाए उसे श्वेत वस्त्र पहनाया जाएगा और उसका नाम किसी रीति से जीवन की पुस्तक में से नहीं काटूंगा। बोलो आमीन। यहूदा इस्करियोती रिपेंट कर चुका सी। रिपेंटेंस के अंदर सामर्थ है। परमेश्वर तुहाडे पापां ते गुनाहां नूं माफ कर दिंदा है। रियली रिपेंटेंस चाहिए है, लेकिन असल च रिपेंटेंस चाहिए है। असल च जिन्हें रिपेंट कर लिया वो दोबारा वो काम ना करे। लेकिन ये नहीं जिहड़ा पहला भी शराब पींदा सी अज माफी मंग ली खुदा नहीं पींदा बख्श दे, लेकिन 15 दिन बाद पता लगा फिर बंदा लम्मा पै के फिर नाली च पिया है। रियली रिपेंटेंस वो तुहाडे जीवन नूं बदल देवेगी, वो तुहाडी लाइफ बदल देवेगी। हालेलुया हालेलुया। 3:12 लिखा जो जय पाए उसे मैं परमेश्वर के मंदिर में खंबा बनाऊंगा, वह फिर कभी बाहर ना निकलेगा। मैं अपने परमेश्वर का नाम, अपने परमेश्वर के नगर नए यरूशलेम का नाम जो मेरे परमेश्वर के पास से स्वर्ग से उतरने वाला है, अपना नया नाम उस पर लिखूंगा। बोलो आमीन बोलो आमीन। परमेश्वर जो स्वर्ग में जावांगे कि नवा नाम दवेगा। हालेलुया हालेलुया। एक नवा नाम मिलेगा। इसलिए धरती उत्ते भी नाम नूं लैके विवाद हुंदा है। परमेश्वर कहता मैं तुहानूं नवा नाम दवांगा जो तुसीं स्वर्ग विच मेरे कोल आवोगे। हालेलुया। और जिन्ने लोग स्वर्ग विच हन असीं उन्हां नूं जाके मिल सकते हां जिहड़े पहलां जा चुके हन। असी मूसा नूं जाके मिल सकते हां, असी यहोशू नूं जाके मिल सकते हां, असी हिजकियल नूं जाके मिल सकते हां, यशाया नूं जाके मिलांगे, दानियल नूं जाके मिलांगे, असी आमोस नूं जाके मिलांगे, मलाकी नूं जाके मिलांगे, पतरस नूं मिलांगे, यूहन्ना नूं मिलांगे, याकूब नूं मिलांगे, मती नूं मिलांगे, तदई नूं मिलांगे, शमौन नूं मिलांगे। असी स्वर्ग विच मिलांगे जिहड़े लोग स्वर्ग विच पहुंच चुके हन। हालेलुया हालेलुया। कि तुसी इस लेवल की प्रार्थना च जो तुसी वादे चले जाओगे वादे चले जाओगे वादे चले जाओगे तो परमेश्वर पौलुस नूं भेजे कि पौलुस जा और मेरे बेटे ने जाके प्रार्थना कर, मेरी बेटी ने जाके घुटने टेके प्रार्थना कर, 2 घंटे स्वर्ग तो तू जा ते जाके प्रार्थना करके वापस आ। ये हो सकता है। यशाया नूं परमेश्वर भेजे जा जाके 5 घंटे उहदे नाल प्रार्थना करके वापस आ ते स्वर्ग दीयां गल्लां जाके दस ओनू। परमेश्वर मलाकी नूं भेजे ना सफला नहासिया रबल लबा रबा गज़ारबा, जिसके कान हो वह सुन ले आत्मा कलीसियाओं से क्या कहता है।
Mosotolo manakasia rabalebe gozondrolo namatia karamala gazura labarigo zandla manto korabala khasiamdala managozura labaria managazandlo nasia tarabakutsa la manakore bena satlo bene sore manatalaba niko sandla managazire metole kasuri managadare banaza arabaligo zarababa. Thank you, Jesus. Thank you, Lord Jesus. Thank you, Holy Spirit. Thank you, Heavenly Father. Hallelujah. इसलिए प्रभु यीशु मसीह कहता है, देख मैं तेरे द्वार ते खड़खड़ा रहा हां, देख मैं तेरे दिल दे द्वार ते खड़खड़ा रहा हां, जे कोई दरवाजा खोलेगा मैं ਉਹਦੇ ਨਾਲ ਅੰਦਰ ਆਵਾਂਗਾ ਔਰ ਉਹਦੇ ਨਾਲ ਭੋਜਨ ਕਰਾਂਗਾ ਔਰ ਉਹ ਮੇਰੇ ਨਾਲ। ਯੀਸ਼ੂ ਮਸੀਹ ਤੁਹਾਡੇ ਦਿਲ ਦੇ ਦੁਆਰ ਦੇ ਉੱਤੇ ਦਸਤਕ ਦਿੰਦਾ ਹੈ, ਦਸਤਕ ਦਿੰਦਾ ਹੈ ਯੀਸ਼ੂ ਮਸੀਹ ਤੁਹਾਡੇ ਦਿਲ ਦੇ ਦੁਆਰ ਦੇ ਉੱਤੇ। ਜੇ ਕੋਈ ਆਪਣਾ ਦਿਲ ਯੀਸ਼ੂ ਮਸੀਹ ਲਈ ਖੋਲੇਗਾ ਤਾਂ ਯੀਸ਼ੂ ਮਸੀਹ ਦੇ ਅੰਦਰ ਆ ਕੇ ਉਹਦੇ ਨਾਲ ਕਰੇਗਾ ਔਰ ਉਹ ਯੀਸ਼ੂ ਮਸੀਹ ਦੇ ਨਾਲ। वचन च लिखिया, प्रकाशित वाक्य 3 अध्याय 21 च लिखिया, जो जय पाए उसे मैं अपने साथ अपने सिंहासन पर बिठाऊंगा, जैसे मैं जय पाकर अपने पिता के सिंहासन पर बैठ गया। जिसके कान हो वह सुन ले आत्मा कलीसियाओं से क्या कहता है। हालेलुया, हालेलुया। इसलिए वचन च लिखिया, ਉਹ ਯੋਗਿਆ ਪਰਮੇਸ਼ਵਰ, ਉਹ ਸ੍ਰਿਸ਼ਟੀਕਰਤਾ ਪਰਮੇਸ਼ਵਰ ਜੋ ਧਰਤੀ ਉੱਤੇ ਸਾਡੇ ਨਾਲ ਰਿਹਾ, ਧਰਤੀ ਉੱਤੇ ਅਦਭੁਤ ਕੰਮ ਕੀਤੇ ਉਸਨੇ, ਉਹ ਪਰਮੇਸ਼ਵਰ ਆਖਦਾ ਹੈ। प्रकाशित वाक्य 20 अध्याय 15 च लिखा, मैं किसी का नाम जीवन की पुस्तक में लिखा हुआ, जिस किसी का नाम जीवन की पुस्तक में लिखा हुआ ना मिला वह आग की झील में डाला गया। इसलिए परमेश्वर जिस व्यक्ति का नाम जीवन की पुस्तक में नहीं मिलिया वो नरक में जाएगा, लेकिन जिस व्यक्ति का नाम जीवन की पुस्तक में मिलिया वो स्वर्ग के अंदर दाखिल होएगा, वो स्वर्ग के अंदर जाएगा। तो हानू अपने आप नू क्लीयर करना है, अपने आप नू क्लीयर करना है। दूसरे लोगों ते उंगलियां चकनियां, दूसरे लोगों के बारे बोलना, नेगेटिव बोलना बंद कर दो, इहदे नाल कुछ नहीं मिलेगा। तुहाडा अपना जीवन ही खराब होएगा, तुहाडी अपनी पर्सनल लाइफ खराब होएगी, तुहाडी अपनी अनाइंटिंग जांदी रहेगी, तुहाडा अपना अभिषेक क्रश हो जाएगा जे तुसी दूसरे लोगों प्रति बोलते रहोगे। तुहानू जरूरत है केवल अपने ते फोकस करन दी, केवल अपने ते फोकस करन दी। मेरे जीवन के अंदर केड़ा पाप है जिहड़ा मैं छड्डना है, मेरे जीवन के अंदर केड़ा गुनाह है जिहड़ा मैं छड्डना है, मेरे जीवन के अंदर केड़ी समस्या जिहड़ी मैं छड्डनी है। कि मेरा सुभाव नहीं बदलिया, मैं बदलांगा, मैं बदलांगी अपने आप नू। दिन प्रतिदिन अपने आप को बदलते चले जाओ, दिन प्रतिदिन अपने आप को बदलते चले जाओ। तुसी परमेश्वर के समान होंदे जाओगे, तुसी यीशु मसीह के समान बनते जाओगे और वो परमेश्वर तुहाडे उत्ते फजल करेगा, वो परमेश्वर तुहाडे उत्ते कृपा करेगा। जब कृपा तुहाडे उत्ते महान हो जाएगी, तुहाडे अंदर यीशु मसीह नजर आएगा और तुसी धरती उत्ते यीशु मसीह दे काम करोगे और लोग बदल जाएंगे। तुहाडा जीवन एक ऐसा जीवन होएगा जो बदलन वाला बन जाएगा। तुसी नवी सृष्टि बन जाओगे, तुसी नवी क्रिएशन बन जाओगे, तुसी ब्रांड न्यू मैन बन जाओगे। एक नवा मनुख जो लोगों को बदल दिंदा है, ए ब्रांड न्यू मैन, ए ब्रांड न्यू मैन, बिल्कुल नवा व्यक्ति, बिल्कुल नवा व्यक्ति। तुसी बाजार जाते हो, नवे नवे कपड़े खरीद के लेके आते हो। माई डियर फ्रेंड्स एंड सिस्टर, अपने आप नू ब्रांड न्यू बना लो, अपने आप नू नवा बना लो, अपने दिल नू नवा बना लो, अपनी आत्मा नू नवा बना लो। तुहाडा मरनहार शरीर अमरता नू पहन लवे, तुहाडी मरनहार देह अमरता नू ग्रहण कर लवे, तो तुसी अविनाशी नू ग्रहण कर लोगे। जो अविनाशी तुहाडे अंदर आएगा तो नाशवान शरीर दी कोई प्रॉब्लम नहीं। अविनाशी जो अविनाशी नाशवान नू ग्रहण कर लेगा, अविनाशी कब्जा कर लेगा, तो तुसी अविनाशी रूप में चलोगे। हालेलुया, हालेलुया।
इसलिए बाइबल च लिखिया, प्रकाशित वाक्य 22 अध्याय की 7 तक लिखिया, देख मैं शीघ्र आने वाला हूं, धन्य है जो इस पुस्तक की भविष्यवाणी की बातों को मानता है। परमेश्वर यीशु मसीह कह रहा है, मैं जल्द आने वाला हां, हर एक अख मैनू देखेगी, सारे धरती के लोग मैनू देखणगे, और मैं धर्मियां नू कहूंगा मेरे सज्जे हाथ आ जाओ, मैं अपनी भेडां नू कहांगा मेरे सज्जे हाथ आ जाओ, ते बकरियां नू कहांगा मेरे खब्बे हाथ आ जाओ। मैं भेडां ते बकरियां नू अलग अलग कर देवांगा। वो परमेश्वर आखदा है, मैं धर्मियां ते पापियां नू अलग अलग कर देवांगा। धर्मियां नू ते पापियां नू अलग अलग कर देवेगा। उस दिन हिसाब शुरू होएगा, उस दिन पुस्तकां खोलियां जाणगियां, और जेड़े जेड़े मुर्दे धरती च दफनाए गए, धरती वापस कर देगी। जेड़े अग ने दिते, अग वापस कर देगी। जेड़े समुंदर विच पाए गए मुर्दे, समुंदर वापस कर देवेगा। बाइबल च लिखिया, जो परमेश्वर हिसाब लैन लगेगा, प्रकाशित वाक्य च लिखिया, स्वर्ग ते धरती उहदे सामने, आकाश ते पृथ्वी दे सामने भज गए, आकाश ते पृथ्वी दे सामने भज गए। अगर तुसी परमेश्वर दे नाल चलना है, तुहानू बहुत गहराई दे नाल, तुहानू पवित्रताई दे नाल पवित्र होके चलना पएगा, ताकि तुसी तुहाडी मरणहार दे अमरता नू ग्रहण कर लवे। बोलो आमेन, बोलो आमेन। अपनी अखां नू बंद करो।